ਸਤਿ ਸ਼੍ਰੀ ਅਕਾਲ। ਤੁਸੀਂ ਜੁੜ ਚੁੱਕੇ ਹੋ ਜਸ ਪੰਜਾਬੀ ਦੇ ਨਾਲ ਅਤੇ ਮੈਂ ਹਾਜ਼ਰ ਹੋਇਆ ਲੈ ਕੇ ਉਹ ਪ੍ਰੋਗਰਾਮ ਜਿਸ ਦੀ ਤੁਹਾਡੇ ਤੱਕ ਪਹੁੰਚ ਹੋਣੀ ਬਹੁਤ ਜ਼ਰੂਰੀ ਹੈ। ਸ਼ਬਦ ਤੁਸੀਂ ਪੜ੍ਹ ਲਏ ਨੇ, ਸਮਾਜ ਸੇਵਾ ਤੇ ਸੰਵਿਧਾਨ। ਇਸ ਦੀ ਪਿਛਲੀ ਲੜੀ ਦੇ ਵਿੱਚ ਇੱਕ ਗੱਲ ਆਈ ਸੀ ਕਿ ਭਾਈ ਤੇ ਤਾਂ ਵਿੱਚੋਂ ਉਤਾਰ ਦੇਣਾ ਚਾਹੀਦਾ। ਅਸਲ ਦੇ ਵਿੱਚ ਤਾਂ ਇਹ ਸਾਰਾ ਆਪਣੇ ਆਪ ਦੇ ਵਿੱਚ ਸੰਪੂਰਨ ਬਣਦਾ ਹੈ। ਸੰਵਿਧਾਨ ਹੈ ਤਾਂ ਫਿਰ ਸਮਾਜ ਸੇਵਾ ਦੀ ਗੱਲ ਵੀ ਹੋਏਗੀ। ਸਮਾਜ ਸੇਵਾ ਦੀ ਗੱਲ ਹੋਏਗੀ ਤਾਂ ਸਮਾਜ ਸੇਵਾ ਨੂੰ ਪਕੀਰਾ ਕਰਨ ਵਾਲਾ ਜਾਂ ਉਸ ਦੀ ਨੀਂਹ ਧਰਨ ਵਾਲੇ ਸੰਵਿਧਾਨ ਦੀ ਗੱਲ ਵੀ ਹੋਏਗੀ ਕਿਉਂਕਿ ਸੰਵਿਧਾਨ ਨੇ ਸਾਨੂੰ ਇਹ ਫਰਜ਼ਾਂ ਔਰ ਰੂਲਾਂ ਦੇ ਵਿੱਚ ਬੰਨ੍ਹਿਆ ਹੋਇਆ ਕਿ ਅਸੀਂ ਸਮਾਜ ਸੇਵਾ ਕਰਨੀ ਹੈ। ਇਸ ਕਰਕੇ ਤੇ ਸ਼ਬਦ ਵਾਕ ਬਣਤਰ ਦੇ ਲਈ ਲਾਉਣਾ ਪੈਂਦਾ, ਪਰ ਜੇ ਤੁਸੀਂ ਉਸ ਦੀ ਅੰਦਰਲੀ ਵਾਕ ਬਣਤਰ ਨੂੰ ਸਮਝਣਾ ਹੈ ਤਾਂ ਫਿਰ ਉਹ ਤੇ ਉਡਾ ਦੇਣਾ ਪਏਗਾ। ਪਰ ਇਸ ਤੇ ਦੀ ਗੱਲ ਇਸ ਕਰਕੇ ਲਾਜ਼ਮੀ ਹੋ ਜਾਂਦੀ ਹੈ ਕਰਨੀ ਕਿ ਬੜੇ ਸਪਸ਼ਟ ਰੂਪ ਦੇ ਵਿੱਚ ਤੁਹਾਨੂੰ ਕਈ ਵਾਰੀ ਮੇਰੀ ਗੱਲ ਕੋਈ ਖਰਵੀਂ ਵੀ ਲੱਗ ਸਕਦੀ ਹੈ ਕਿ ਭਾਈ ਜਿਨ੍ਹਾਂ ਦੀ ਡਿਊਟੀ ਬਣਦੀ ਸੀ ਉਹ ਆਪਣੀਆਂ ਡਿਊਟੀਆਂ ਨਿਭਾਉਂਦੇ ਨਹੀਂ ਹੈਗੇ। ਸਿੱਧੀ ਜੀ ਗੱਲ ਹੈ ਰਾਜਨੀਤਿਕ ਪਾਰਟੀਆਂ ਦੀ ਜਾਂ ਰਾਜਨੀਤਿਕ ਆਗੂਆਂ ਦੀ। ਔਰ ਇੱਕ ਗੱਲ ਮੈਂ ਸਾਫ਼ ਔਰ ਸਪਸ਼ਟ ਤੌਰ ਦੇ ਉੱਤੇ ਸਾਫ਼ ਕਰ ਦੇਣੀ ਚਾਹੁੰਦਾ ਕਿ ਹਰ ਇੱਕ ਪਿਆਰਾ ਸਰੋਤਾ ਜਾਂ ਦਰਸ਼ਕ ਕਿਸੇ ਨਾ ਕਿਸੇ ਰਾਜਨੀਤਿਕ ਧਿਰ ਜਾਂ ਰਾਜਨੀਤਿਕ ਪਾਰਟੀ ਦਾ ਹਿੱਸਾ ਜ਼ਰੂਰ ਹੋਣਾ ਚਾਹੀਦਾ। ਉਹ ਤੁਹਾਡੀ ਆਪਣੀ ਇੱਕ ਰਾਜਨੀਤਿਕ ਪਹੁੰਚ ਅਪਰੋਚ ਹੈ। ਪਰ ਕਦੇ ਆਪਣੇ ਦਿਲ ਦੇ ਉੱਤੇ ਹੱਥ ਰੱਖ ਕੇ ਸੋਚ ਕੇ ਦੇਖਿਓ ਕਿ ਤੁਸੀਂ ਪੰਜਾਬ ਦੀ ਜਾਂ ਭਾਰਤ ਦੀ ਕਿਸੇ ਵੀ ਰਾਜਨੀਤਿਕ ਰੈਲੀ ਦੇ ਵਿੱਚ, ਰਾਜਨੀਤਿਕ ਭਾਸ਼ਣ ਦੇ ਵਿੱਚ ਕਦੇ ਵੀ ਉਹਨਾਂ ਸਾਥੀਆਂ ਦਾ ਜ਼ਿਕਰ ਸੁਣਿਆ ਜਿਹੜੇ ਸਾਡੇ ਸਮਾਜ ਦਾ ਹਿੱਸਾ ਹੋਣ ਦੇ ਬਾਵਜੂਦ ਸਮਾਜ ਤੋਂ ਕੱਟ ਕੇ ਰਹਿ ਰਹੇ ਨੇ। ਇਸੇ ਗੱਲਬਾਤ ਨੂੰ ਅੱਗੇ ਤੋਰਾਂਗੇ, ਪਿਛਲੀ ਕੜੀ ਨੂੰ ਅੱਗੇ ਜੋੜਾਂਗੇ। ਰਾਜਨੀਤਿਕ ਆਗੂਆਂ ਦੀ ਜ਼ਿੰਮੇਵਾਰੀ ਤੋਂ ਲੈ ਕੇ ਅਫਸਰਸ਼ਾਹੀ ਦੀਆਂ ਚੋਰ ਮੋਰੀਆਂ ਔਰ ਸਮਾਜ ਸੇਵਾ ਕਿਸ ਰੂਪ ਦੇ ਵਿੱਚ ਹੋ ਰਹੀ ਹੈ ਔਰ ਉਹਦੇ ਅਸਲ ਹਾਲਾਤ, ਅਸਲ ਤਸਵੀਰ ਕੀ ਹੈ। ਜਿਹੜੇ ਪੀੜਤ ਨੇ ਉਹ ਕੌਣ ਨੇ, ਕਿਹੋ ਜਿਹੇ ਨੇ, ਉਹਨਾਂ ਦਾ ਦਰਦ ਅੱਖੀਂ ਦੇਖਿਆਂ ਹੀ ਸਮਝਿਆ ਜਾ ਸਕਦਾ ਹੈ। ਪ੍ਰਭ ਆਸਰਾ ਸੰਸਥਾ ਦੇ ਮੁੱਖ ਸੇਵਾਦਾਰ ਭਾਈ ਸ਼ਮਸ਼ੇਰ ਸਿੰਘ ਜੀ ਫਿਰ ਜੁੜੇ ਹੋਏ ਨੇ। ਆਓ ਪਹਿਲਾਂ ਸਵਾਗਤ ਕਰਦੇ ਹਾਂ। ਭਾਈ ਸਾਹਿਬ ਬਹੁਤ ਸਵਾਗਤ ਹੈ ਜੀ। ਬਹੁਤ ਬਹੁਤ ਧੰਨਵਾਦ ਜੀ, ਸਾਰਿਆਂ ਨੂੰ ਪ੍ਰੇਮ ਭਰੀ ਸਤਿ ਸ੍ਰੀ ਅਕਾਲ। ਭਾਈ ਸਾਹਿਬ ਦਰਦ ਦੀ ਇੰਤਹਾ ਕੀ ਹੈ? ਤੁਸੀਂ ਤਾਂ ਹਰ ਰੋਜ਼ ਵਿੱਚ ਵਿਚਰਦੇ ਹੋ, ਸਵੇਰ ਦੀ ਪੌ ਫਟਾਲੇ ਤੋਂ ਲੈ ਕੇ ਸ਼ਾਮ ਦੇ ਰਹਿ ਰਸ ਵੇਲੇ ਤੱਕ ਜਾਂ ਸੌਣ ਤੱਕ। ਕੀ ਇੰਤਹਾ ਹੈ? ਮਤਲਬ ਕਿੱਦਾਂ ਦੇ ਜੀਵ ਨੇ ਸਾਡੇ ਕੋਲ, ਜਿਹੜੇ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ। ਮਾੜਾ ਜਿਹਾ ਦਰਸ਼ਕਾਂ ਨਾਲ ਸਾਂਝ ਤਾਂ ਪਾਓ ਕਿ ਉਹਨਾਂ ਦਾ ਦਰਦ ਕਿੱਥੇ ਤੱਕ ਹੈ। ਹਾਲਾਤ ਇਹ ਕਹਿੰਦੇ ਵੀ ਛੇੜਨਾ ਇਹਨਾਂ ਦਰਦਾਂ ਨੂੰ। ਇੰਨਾ ਬੁਰਾ ਹਾਲ, ਦਰਦ ਸੁਣਾਏ ਨਹੀਂ ਜਾਣੇ। ਜਦੋਂ ਵੀ ਕੋਈ ਗੱਲ ਕਿਤੇ ਦਰਦ ਦੀ ਉਹਨਾਂ ਦੇ ਸਾਹਮਣੇ ਖੜ ਕੇ ਕਰ ਲਈਏ, ਸਾਹਮਣੇ ਜਦੋਂ ਕਿ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਉਹਨਾਂ ਦੇ ਕੰਨ 'ਚ ਆਵਾਜ਼ ਨਾ ਪੈ ਜੇ, ਹੈ ਨਾ। ਜਦੋਂ ਕੋਈ ਸੱਜਣ ਦੇਖਦਾ ਹੈ ਤੇ ਪੁੱਛਦਾ ਹੈ ਨਾ ਜੀ। ਤੇ ਤੁਸੀਂ ਜਿਵੇਂ ਦੇਖਦੇ ਹੀ ਆ ਰਹੇ ਹੋ ਕਿ ਬੱਚੀ ਬਹੁਤ ਛੋਟੀ ਹੈ, ਕਿੰਨਾ ਜ਼ੁਲਮਾਂ ਦਾ ਸ਼ਿਕਾਰ ਹੋ ਚੁੱਕੀ ਹੈ। ਬਿਲਕੁਲ। ਔਰ ਕੀ ਹਾਲਾਤ ਹੈ, ਕਿੰਨੀ ਦੇਰ ਬਾਅਦ ਹੋਸ਼ ਵਿੱਚ ਆਉਂਦੀ ਹੈ, ਬੱਚੇ ਨੂੰ ਜਨਮ ਦਿੰਦੀ ਹੈ, ਛੋਟੀ ਜਿਹੀ ਬੱਚੀ ਹੈ। ਤੇ ਬਜ਼ੁਰਗ ਕਿਵੇਂ ਮਤਲਬ ਰੇਪ ਤੋਂ ਪੀੜਤ ਪਹੁੰਚ ਰਹੇ ਹਨ ਜੀ। ਬਿਲਕੁਲ। ਇੱਕ ਨਹੀਂ ਕਹਾਣੀਆਂ, ਬਹੁਤ ਜ਼ਿਆਦਾ ਦਰਦ ਭਰੀਆਂ ਕਹਾਣੀਆਂ। ਜੇ ਮੈਂ ਕਿਹੜੇ ਜ਼ਿਲ੍ਹੇ ਦੀ ਗੱਲ ਛੇੜਾਂ ਜੀ, ਤੇ ਜਿਹੜਾ ਹੁਣ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਹੈ, ਇਸ ਜ਼ਿਲ੍ਹੇ ਦੀ ਗੱਲ ਛੇੜਾਂ, ਲੁਧਿਆਣਾ ਜ਼ਿਲ੍ਹੇ ਦੀ ਗੱਲ ਛੇੜਾਂ, ਜਿੱਥੋਂ ਬਜ਼ੁਰਗ ਮਿਲੇ ਆ ਜਿਨ੍ਹਾਂ ਦੇ ਨਾਲ ਇਹ ਜ਼ੁਲਮ ਹੋਏ ਆ, ਤੇ ਉਸ ਦੇ ਵਿੱਚ ਕੀ ਮਤਲਬ ਜਿਹੜਾ ਗੱਲ ਤੁਸੀਂ ਸੰਵਿਧਾਨ ਆਪਾਂ ਗੱਲ ਕਰਦੇ ਜੀ। ਬਿਲਕੁਲ। ਵੀ ਸੰਵਿਧਾਨ ਦੇ ਆਧਾਰ ਤੇ ਉਹਨਾਂ ਦੀ ਤੁਰੰਤ ਸੰਭਾਲ ਕਿਵੇਂ ਹੋਣੀ ਚਾਹੀਦੀ ਸੀ। ਰਾਜਨੀਤੀ ਮਾੜੀ ਨਹੀਂ, ਰਾਜ ਦੀ ਨੀਤੀ, ਜਿਹੜਾ ਰਾਜਨੀਤੀ ਨੀਤੀ ਤੋਂ ਬਿਨਾਂ ਸਾਡਾ ਰਾਜ ਚੱਲੂਗਾ ਕਿੱਦਾਂ। ਪਰ ਸਵਾਲ ਤਾਂ ਇਹ ਹੈ ਵੀ ਨੀਅਤ ਜਿਹੜੀ ਹੈਗੀ ਹੈ ਨਾ, ਨੀਅਤ ਮਾੜੀ ਨੇ ਹਾਲਾਤ ਐਸੇ ਬਣਾਤੇ ਹੈ। ਰਾਜਨੀਤੀ ਮਾੜੀ ਦੀ ਨੀਤੀ ਤਾਂ ਬਣਾਉਣੀ ਪੈਣੀ ਹੈ। ਨਹੀਂ ਫਿਰ ਤੁਸੀਂ, ਕਿਉਂਕਿ ਤੁਸੀਂ ਰੋਜ਼ ਵਿਚਰ ਰਹੇ ਹੋ, ਜਦੋਂ ਨੀਤੀ ਤੇ ਨੀਅਤ ਦੀ ਗੱਲ ਆਉਂਦੀ ਹੈ, ਤੁਸੀਂ ਇਹਨਾਂ ਅੱਗੇ ਜਦੋਂ ਸਵਾਲ ਚੱਕਦੇ ਹੋਵੋਗੇ, ਇਹ ਅਫਸਰਸ਼ਾਹੀ ਦੇ ਅੱਗੇ ਜਾਂ ਪੋਲੀਟੀਕਲ ਲੀਡਰਾਂ ਨੂੰ ਤੁਸੀਂ ਮਿਲਦੇ ਹੋਵੋਗੇ, ਪੋਲੀਟੀਕਲ ਪਾਰਟੀਆਂ ਨੂੰ ਮਿਲਦੇ ਹੋਵੋਗੇ, ਤਾਂ ਫਿਰ ਇਹਨਾਂ ਦਾ ਰਵੱਈਆ ਜਾਂ ਇਹਨਾਂ ਦੀ ਨੋਟਿਸ ਕਰਨ ਵਾਲੀ ਗੱਲ ਕੀ ਹੁੰਦੀ ਹੈ? ਇਹ ਉਦੋਂ ਕਿਉਂ ਨਹੀਂ ਕੰਨ ਧਰਦੇ, ਜਾਂ ਉਦੋਂ ਜਦੋਂ ਤੁਸੀਂ ਇਹਨਾਂ ਕੋਲ ਵੱਡੇ ਸਵਾਲ ਚੁੱਕਦੇ ਹੋ ਇਹਨਾਂ ਨਾਗਰਿਕਾਂ ਦੇ ਪ੍ਰਤੀ, ਡਿਊਟੀ ਨਿਭਾਉਂਦੇ ਹੋਏ, ਫਰਜ਼ ਨਿਭਾਉਂਦੇ ਹੋਏ, ਤਾਂ ਫਿਰ ਉਦੋਂ ਇਹਨਾਂ ਦੀ ਨੀਤ ਕੀ ਹੁੰਦੀ ਹੈ, ਉਹਨਾਂ ਦੀ ਨੀਅਤ ਕੀ ਹੁੰਦੀ ਹੈ? ਉਦੋਂ ਇਹ ਮਹਿਸੂਸ ਕਰਦੇ ਹਾਂ ਕਿ ਇਹਨਾਂ ਦੀ ਆਵਾਜ਼ ਨਾ ਸਿਰਫ ਇਹ ਪ੍ਰਭ ਆਸਰਾ 'ਚ ਉੱਠ ਰਹੀ ਹੈ। ਅੱਛਾ, ਵੀ ਸਿਰਫ ਇਹ ਜਿਹੜੇ ਲੱਗੇ ਹੋਏ ਨੇ ਇਹੀ ਆਵਾਜ਼ ਚੱਕ ਰਹੇ ਨੇ। ਇਹੀ ਕਹਿੰਦੇ ਜਿਸ ਦਿਨ ਆਵਾਜ਼ ਉੱਠੂਗੀ ਤੇ ਉਸ ਦਿਨ ਸੋਚਾਂਗੇ, ਉਦੋਂ ਦੇਖਾਂਗੇ। ਇਹ ਗੱਲ ਬੜੀ ਮੈਂ ਬਾਰ-ਬਾਰ ਬੇਨਤੀ ਕਰਦਾ ਕਿ ਇਹ ਇਹਨਾਂ ਦੀ ਸਮੱਸਿਆ ਨਹੀਂ, ਸਮੱਸਿਆ ਤੁਹਾਡੀ ਸਾਰਿਆਂ ਦੀ ਹੈ, ਸਾਡੀ ਸਾਰਿਆਂ ਦੀ ਹੈ। ਅਸੀਂ ਵੀ ਬੱਚਿਆਂ ਨੂੰ ਪੜ੍ਹਾਉਣ ਨੂੰ ਤਰਸਦੇ ਹਾਂ, ਅਸੀਂ ਵੀ ਬੱਚਿਆਂ ਨੂੰ ਇਨਸਾਨ ਬਣਾਉਣ ਨੂੰ ਤਰਸਦੇ ਹਾਂ, ਕਿਉਂਕਿ ਬਜ਼ੁਰਗਾਂ ਨੂੰ ਕਿਉਂ ਬੋਝ ਸਮਝਿਆ ਜਾਣ ਲੱਗ ਗਿਆ, ਕਿਉਂਕਿ ਬੱਚਿਆਂ ਨੂੰ ਸਾਡੀ ਪੜ੍ਹਾਈ ਦੇ ਵਿੱਚ ਉਹ ਇਨਸਾਨੀਅਤ ਦੀ ਪੜ੍ਹਾਈ, ਨੈਤਿਕ ਕਦਰਾਂ ਕੀਮਤਾਂ ਨਹੀਂ ਦਿੱਤੀਆਂ ਜਾ ਰਹੀਆਂ। ਪੜ੍ਹਾਈ ਦੇ ਵਿੱਚ ਜੋ ਕੁਝ ਪੜ੍ਹਾਉਣਾ ਚਾਹੀਦਾ ਹੈ ਉਹ ਪੜ੍ਹਾਈ ਇਸ ਢੰਗ ਨਾਲ ਪੜ੍ਹਾ ਦਿੱਤੀ ਗਈ ਕਿ ਬਸ ਨੌਕਰ ਬਣਾਉਣਾ ਹੈ, ਤਾਂ ਕਿ ਉਹ ਸਵਾਲ ਪੁੱਛਣ ਵਾਲਾ ਨਾ ਕਿਤੇ ਬਣ ਜਾਵੇ। ਤੇ ਕੱਲ ਨੂੰ ਇੰਨਾ ਸੰਵਿਧਾਨ ਦੇ ਪ੍ਰਤੀ ਅਵੇਅਰ ਕਰ ਦਿੱਤਾ, ਕਿਤੇ ਸੰਵਿਧਾਨ ਦੇ
ਜਿਹੜੇ ਲਾਈਕ ਸੰਵਿਧਾਨ ਨੂੰ ਕਹ ਲੋ ਰਖਵਾਲੇ ਆ ਸੰਵਿਧਾਨ ਦੇ, ਕਿਤੇ ਉਹਨਾਂ ਨੂੰ ਕਿਤੇ ਸਵਾਲ ਨਾ ਪੁੱਛ ਲੇ। ਕਹਿੰਦੇ ਕਿ ਸੰਵਿਧਾਨ ਦੇ ਜਿਹੜੇ ਰਖਵਾਲੇ ਆ ਉਹਨਾਂ ਨੂੰ ਸਵਾਲ ਨਹੀਂ ਕੀਤਾ ਜਾ ਸਕਦਾ, ਕਿਉਂ ਨਹੀਂ ਕੀਤਾ ਜਾ ਸਕਦਾ? ਬਣ ਚੁੱਕੀ ਨਾਗਰਿਕ ਦੀ ਹਾਲਤ ਦਾ ਇਜ਼ਹਾਰ ਨਹੀਂ ਕੀਤਾ ਜਾ ਸਕਦਾ। ਹਾਲਾਂਕਿ ਪਬਲਿਕ ਸਰਵੈਂਟ ਨੇ ਉਹ ਜਿਹੜੇ ਆਪਣੇ ਆਪ ਨੂੰ ਕੁਰਸੀਆਂ ਤੇ ਬੈਠ ਕੇ, ਜਿਵੇਂ ਤੁਸੀਂ ਪਿਛਲੀ ਵਾਰ ਜਿਹੜੀ ਗੱਲ ਕੀਤੀ ਸੀ ਤੁਸੀਂ ਕਿ 4:30 ਵਜੇ ਹੋਏ ਸੀ ਤੇ ਪਹਿਲਾਂ ਹੀ ਕੁਰਸੀਆਂ ਨੂੰ ਆਰਾਮ ਦੇਣ ਦੀ ਤਿਆਰੀ ਕਰ ਲਈ ਸੀ ਉਹਨਾਂ ਨੇ। ਹਾਲਾਂਕਿ ਉਹਨਾਂ ਦੇ ਡੈਜ਼ਿਗਨੇਸ਼ਨ ਦੇ ਅੱਗੇ ਸੰਵਿਧਾਨਕ ਤੌਰ ਦੇ ਉੱਤੇ ਪਬਲਿਕ ਸਰਵੈਂਟ ਲੱਗਦਾ 24 ਆਵਰਸ 24 ਹਾਂ ਦੇਖਿਆ ਆ ਮਹੱਤਵਪੂਰਨ ਗੱਲ ਕਿ 24 ਆਵਰ ਹਨਾ ਪਬਲਿਕ ਸਰਵੈਂਟ ਦੀ ਡਿਊਟੀ ਹੈ। ਪਰ ਉਹ ਕਰ ਕੀ ਰਹੇ ਹੁੰਦੇ ਨੇ ਕਿ 4:30 ਵਜੇ ਨੂੰ ਆਪਣੇ ਕੁਰਸੀਆਂ ਨੂੰ ਆਰਾਮ ਦੇਣਾ ਸ਼ੁਰੂ ਕਰ ਦਿੰਦੇ ਨੇ ਕਿ ਭਾਈ ਸਵੇਰੇ 10 ਵਜੇ ਦਾ ਬੋਝ ਪਿਆ ਹੋਇਆ ਕੁਰਸੀ ਤੇ, ਹੁਣ ਚੱਲੀਏ ਹੈ ਨਾ, ਕੁਰਸੀ ਨੂੰ ਆਰਾਮ ਦਈਏ। ਭਾਈ ਸਾਹਿਬ ਵੋਟਾਂ ਦੀ ਰੁੱਤ ਚੱਲ ਰਹੀ ਹੈ ਤੇ ਇਹ ਗੱਲ ਜ਼ਰੂਰ ਚੱਕਣੀ ਬਣਦੀ ਹੈ ਤਾਂ ਜੋ ਸਰੋਤੇ ਦਰਸ਼ਕ ਜਾਗਰੂਕਤਾ ਨਾਲ ਫਿਰ ਅੱਗੇ ਇਸ ਸੁਨੇਹੇ ਨੂੰ ਅੱਗੇ ਪਹੁੰਚਾਉਣ। ਚੋਣਾਂ ਦੀ ਰੁੱਤ ਵਿੱਚ ਜਿਹਨੂੰ ਲੋਕਤੰਤਰ ਦਾ ਸਭ ਤੋਂ ਵੱਡਾ ਤਿਉਹਾਰ ਕਹਿ ਕੇ ਬੜਾ ਮਤਲਬ ਇਹਦੇ ਢੋਲ ਵਜਾਏ ਜਾ ਰਹੇ ਆ। ਮੈਂ ਤੁਹਾਨੂੰ ਉਦਾਹਰਨ ਲਈ ਦੱਸ ਵੀ ਦਿੰਦਾ ਕਿ ਇੱਕ ਟੋਲ ਪਲਾਜ਼ੇ ਦੇ ਅੱਗੇ ਨਿਕਲਿਆ ਸੀ ਇੱਕ ਬਹੁਤ ਵੱਡਾ ਉਹ ਕਟ ਆਊਟ ਜਿਹਾ ਲਾਇਆ ਹੋਇਆ ਤੇ ਉੱਤੇ ਢੋਲ ਚੱਕਿਆ ਹੋਇਆ ਤੇ 20 ਫਰਵਰੀ ਨੂੰ ਮਤਲਬ ਵੀ ਵੋਟਾਂ ਪਾਓ ਤੇ ਤਿਉਹਾਰ ਮਨਾਓ ਟਾਈਪ ਲਿਖਿਆ ਹੋਇਆ ਹੈ। ਇਸ ਤਿਉਹਾਰ ਦੀ ਤਿਆਰੀ ਯਾਨੀ ਕਿ ਵੋਟਾਂ ਮੰਗਣ ਦੇ ਉਹਦੇ ਵਿੱਚ ਇਹਨਾਂ ਲੋਕਾਂ ਦਾ ਜ਼ਿਕਰ ਕਿਉਂ ਨਹੀਂ ਹੈ, ਇਹਨਾਂ ਲੋਕਾਂ ਦਾ ਫਿਕਰ ਕਿਉਂ ਨਹੀਂ ਆਉਂਦਾ? ਮੈਂ ਕਹਿੰਦਾ ਇਹਨਾਂ ਦਾ ਛੱਡੋ, ਤੁਸੀਂ ਇਹ ਦੱਸੋ ਵੀ ਜਿਹੜਾ ਐਜੂਕੇਸ਼ਨ ਨੂੰ ਤਰਸ ਰਿਹਾ ਬੱਚਾ ਮੇਰੀ ਨੂੰ ਉਹਦਾ ਜ਼ਿਕਰ ਹੈਗਾ? ਬਿਲਕੁਲ ਨਹੀਂ ਹੈ। ਉਹਨੂੰ ਯਕੀਨੀ ਬਣਾਉਣ ਦਾ ਕੋਈ ਲੀਗਲ ਡਾਕੂਮੈਂਟ ਹੈਗਾ ਵੀ ਜੇ ਨਹੀਂ ਬਣਾਉਂਦੇ ਉਹ, ਜੇ ਗੱਲ ਕਹਿ ਵੀ ਦਿੱਤੀ ਹੈ ਤੇ ਜੇ ਨਹੀਂ ਬਣਾਉਂਦੇ ਫਿਰ ਮਤਲਬ ਉਹਨਾਂ ਤੇ ਕੀ ਐਕਸ਼ਨ ਹੋਊਗਾ ਜੀ? ਕੋਈ ਐਸਾ ਸਾਡੇ ਕੋਲ ਮਤਲਬ ਅਸੀਂ ਕਦੇ ਸੋਚਿਆ ਹੈਗਾ ਵੀ ਸਾਨੂੰ ਜਿਸ ਵੇਲੇ ਇਹ ਹਾਲਾਤ ਬਣ ਗਏ, ਮੰਨ ਲਓ ਕੋਈ ਲੋਕਡਾਊਨ ਕਹਿੰਦੇ ਕਰ ਦੇਣਾ ਜੀ, ਤੇ ਅਸੀਂ ਆਪਣੇ ਪੇਟ ਦਾ ਕਿਦਾਂ ਲੋਕਡਾਊਨ ਕਰ ਦਈਏ? ਜਿਹੜੀ ਅਸੀਂ ਦਵਾਈ ਖਾਂਦੇ ਆ, ਸਾਨੂੰ ਹਾਰਟ ਦੀ ਪ੍ਰੋਬਲਮ ਹੈ ਸਾਡੇ ਦੇਸ਼ ਦੇ ਨਾਗਰਿਕ ਨੂੰ, ਸਾਡੇ ਨੂੰ ਕਿਡਨੀ ਦੀ ਮਤਲਬ ਦਵਾਈਆਂ ਇੰਨੀਆਂ ਚੱਲ ਰਹੀਆਂ ਉਹਦੀਆਂ, ਉਹ ਵਿਚਾਰਾ ਰੋਜ਼ ਕਮਾਉਂਦਾ ਤੇ ਖਾਂਦਾ ਤੇ ਉਹਨੂੰ ਮਹੀਨੇ ਬਾਅਦ ਤਨਖਾਹ ਮਿਲਦੀ ਹੈ ਤੇ ਉਸ ਵੇਲੇ ਤੁਸੀਂ ਲੌਕ ਕਰ ਦਿੱਤਾ ਤੇ ਉਹਨਾਂ ਦੀਆਂ ਲੋੜਾਂ ਪ੍ਰਤੀ ਕਿਹਨੇ ਸੋਚਣਾ ਸੀ? ਜਾਂ ਉਸ ਵੇਲੇ ਹਸਪੀਟਲਾਂ ਦੇ ਦਰਵਾਜ਼ੇ ਜਿਹੜੇ ਸੀ ਕਹਿੰਦੇ ਨਹੀਂ ਕੋਵਿਡ ਕਰਕੇ ਦੂਜੇ ਨਾਗਰਿਕਾਂ ਨੂੰ ਉਹਨਾਂ ਲਈ ਬੰਦ ਕਰ ਦਿੱਤੇ। ਮੇਰਾ ਕਹਿਣ ਦਾ ਮਤਲਬ ਗੱਲ ਇਹਨਾਂ ਹੀ ਨਾਗਰਿਕਾਂ ਦੀ ਨਹੀਂ ਹੈਗੀ। ਮੈਂ ਕਹਿੰਦਾ ਆਪਣੇ ਬਾਰੇ ਹੀ ਸੋਚ ਲਈਏ ਆਪਾਂ, ਮੈਨੂੰ ਬੜੀ ਸਾਡਾ ਕੀ ਹਾਲ ਹੋਇਆ। ਮੈਨੂੰ ਬੜੀ ਤੁਹਾਡੀ ਗੱਲ ਮੇਰੇ ਮਨ ਨੂੰ ਲੱਗੀ ਕਿ ਭਾਈ ਅਸੀਂ ਸਿਰਫ ਇਹਨਾਂ ਦੀ ਗੱਲ ਕਿਉਂ ਪਾਈਏ, ਇਹਨਾਂ ਦੀ ਬਾਤ ਪਾਉਣੀ ਤਾਂ ਲਾਜ਼ਮੀ ਹੈ ਹੀ ਹੈ, ਉਹ ਤਾਂ ਚੱਕਦੇ ਰਵਾਂਗੇ ਅਸੀਂ ਕਿਉਂਕਿ ਭਾਈ ਸਾਹਿਬ ਹੋਰੀ ਉਸ ਸਾਰੇ ਢਾਂਚੇ ਦੇ ਵਿੱਚੋਂ ਨਿਕਲ ਰਹੇ ਆ ਹਨਾ। ਪਰ ਅਸੀਂ ਆਪਣੀਓ ਗੱਲ ਕਰ ਲਈਏ ਜਾਂ ਸਮੂਹ ਦੀ ਗੱਲ, ਸਾਰਿਆਂ ਦੀ ਗੱਲ ਕਿਉਂ ਨਾ ਕਰੀਏ? ਤੇ ਜੇ ਮਾੜੀਆਂ ਨੀਤੀਆਂ ਨੇ ਤਾਂ ਫਿਰ ਸਾਰਿਆਂ ਦੀ ਗੱਲ, ਔਰ ਪੇਟ ਦਾ ਲੋਕਡਾਊਨ ਤਾਂ ਨਹੀਂ ਹੋ ਸਕਦਾ, ਚਾਹੇ ਉਹ ਦਵਾਈਆਂ ਦੀ ਗੱਲ ਹੈ ਤੇ ਭਾਵੇਂ ਅਨਾਜ ਤੇ ਅੰਨ ਦੀ ਗੱਲ ਹੈ। ਨਹੀਂ ਸਟ੍ਰੈਚਰ ਦੇ ਉੱਤੇ ਕਿਉਂ ਪਏ ਹੈਗੇ? ਪੀਜੀਆਈ ਦੇ ਵੀ ਜਾ ਕੇ ਦੇਖ ਲਓ, 32 ਹਸਪੀਟਲ ਦੇਖ ਲਓ, ਇਹ ਸਾਰੇ ਪੰਜਾਬ ਦੇ ਕਿੰਨੇ ਲੋਕ ਤੁਸੀਂ ਰਾਤ ਨੂੰ ਰੈਫਰ ਕਰ ਦਿੰਦੇ ਆ, ਕਿਉਂ ਕਰਦੇ ਆ ਜੀ? ਜਦੋਂ ਕੁਆਲੀਫਾਈਡ ਡਾਕਟਰ ਹੈਗਾ ਤੁਹਾਡੇ ਕੋਲ ਕੀ ਚੀਜ਼ ਨਹੀਂ ਹੈਗੀ, ਤੁਸੀਂ ਕਿਉਂ ਰੈਫਰ ਕਰਦੇ ਹੋ? ਰੀਜ਼ਨ ਤਾਂ ਕਮ ਸੇ ਕਮ ਪਤਾ ਲੱਗੇ, ਰੀਜ਼ਨ ਤਾਂ ਕਲੀਅਰ ਹੋਣਾ ਚਾਹੀਦਾ। ਰੈਫਰ ਕਰਨਾ ਮਾੜਾ ਥੋੜਾ ਹੈਗਾ, ਨਹੀਂ ਮਾੜਾ, ਹਾਇਰ ਇੰਸਟੀਚਿਊਟ ਦੇ ਵਿੱਚ ਲੋੜ ਅਨੁਸਾਰ ਕਰਨਾ ਚਾਹੀਦਾ ਨਾ, ਆਪਣਾ ਬਰਡਨ ਸ਼ਿਫਟ ਕਰਨ ਦੇ ਲਈ। ਜਦੋਂ ਪੀਜੀਆਈ ਸਾਨੂੰ ਕਹਿੰਦਾ ਹੈਗਾ, 32 ਹਸਪੀਟਲ ਵਾਲੇ ਕਹਿੰਦੇ ਸਾਡੇ ਕੋਲ ਕਿਉਂ ਲੈ ਕੇ ਆਏ ਆ, ਮੈਂ ਕਿਹਾ ਵੀ ਇਹ ਪੁੱਛੋ ਜਰਾ, ਤੁਸੀਂ ਪੁੱਛ ਸਕਦੇ ਹੋ ਕਿਤੇ ਵੀ ਪੁੱਛੋ ਉਹਨਾਂ ਨੂੰ ਕਿਉਂ ਰੈਫਰ ਕੀਤਾ, ਕਿਸ ਆਧਾਰ ਤੇ ਰੈਫਰ ਕੀਤਾ? ਕਹਿੰਦੇ ਨਾਰਮਲ ਕੇਸ ਹੈ। ਹੁਣ ਲੈ ਮੈਨੂੰ ਯਾਦ ਆ ਗਏ ਕਈ ਕੇਸ ਯਾਦ ਆ ਗਏ। ਬਿਲਕੁਲ ਜਦੋਂ ਖਰੜ ਤੋਂ ਮਰਿੰਡੇ ਵੱਲ ਜਾਂਦੇ ਆ ਜੀ, ਉੱਥੇ ਸਾਡੇ ਯੂਥ ਨੂੰ, ਨੌਜਵਾਨਾਂ ਨੂੰ ਨਾ ਇੱਕ ਮਤਲਬ ਕੋਈ 28-30 ਸਾਲ ਦਾ ਜੀ ਨਾਗਰਿਕ, ਉਹਨੇ ਦੇਖਿਆ ਵੀ ਬੜਾ ਵਿਚਾਰਾ ਪੀੜਾ ਚੱਲ ਰਿਹਾ ਸੀ ਤੇ ਉਹ ਲਾਗੇ ਜਦੋਂ ਗਏ, ਉਹਨੇ ਬੜੇ ਕੱਪੜੇ, ਉਹ ਤਾਂ ਮਤਲਬ ਦਰਦ ਹੋ ਰਿਹਾ ਹੋਣਾ ਜੀ। ਉਹ ਜਦੋਂ ਡਿਪਰੈਸ਼ਨ ਚੀਜ਼ ਹੀ ਐਸੀ ਹੈ ਜਿਹਦੇ ਵਿੱਚ ਸਾਡੇ ਬਹੁਤ ਸਾਰੇ ਡਾਕਟਰ ਕੀ, ਸਾਡੇ ਪ੍ਰੋਫੈਸਰ ਕੀ, ਸੀਨੀਅਰ ਆਫੀਸਰ ਜਿਹੜੇ ਹੈਗੇ ਸੜਕਾਂ ਤੋਂ ਚੱਕ ਕੇ ਜਦੋਂ ਜਿਸ ਵੇਲੇ ਲਿਆਉਂਦੇ ਆ ਤੇ ਉਹ ਇੱਕ ਡਿਪਰੈਸ਼ਨ ਚੀਜ਼ ਹੀ ਐਸੀ ਹੈ ਜਦੋਂ ਹਾਲਾਤ ਜਿਹੜੇ ਐਸੇ ਬਣ ਜਾਣ ਕਿ ਬੰਦਾ ਕਈ ਵਾਰ ਆਪਣਾ ਸੰਤੁਲਨ ਖੋ ਬੈਠਦਾ ਹੈ। ਤੇ ਉਹਨਾਂ ਨੇ ਜਿਸ ਵੇਲੇ ਦੇ ਉਹਦੇ ਲਾਗੇ ਗਏ, ਉਹਨੇ ਦੇਖਿਆ ਵੀ ਕੀੜੇ ਪਏ ਹੋਏ ਬਹੁਤ ਤੇ ਉਹ ਕੁਰਲਾ ਰਿਹਾ ਸੀ, ਚੱਕ ਕੇ ਫਟਾਫਟ ਹਸਪੀਟਲ ਲੈ ਗਏ। ਹਸਪੀਟਲ ਵਾਲਿਆਂ ਨੇ ਉਹਨੂੰ ਕਿਹਾ ਪੀਜੀਆਈ ਲੈ ਜਾਓ। ਕਿਹਨਾਂ ਨੂੰ ਕਿਹਾ? ਉਹਨਾਂ ਨੌਜਵਾਨਾਂ ਨੂੰ ਕਿਹਾ ਜਿਹੜੇ ਪੜ੍ਹਦੇ ਸੀ, ਸਟੂਡੈਂਟ ਸੀ, ਜਿਨ੍ਹਾਂ ਨੇ ਇੱਕ ਮਨੁੱਖਤਾ ਦਾ ਉਹ ਚੱਕ ਕੇ ਲੈ ਗਏ। ਜਦੋਂ ਦੇਖਿਆ ਵੀ ਹਾਂ ਹੈਲਪਲਾਈਨ ਤੇ ਹੈਲਪ ਨਹੀਂ ਮਿਲੀ, ਚੱਕ ਕੇ ਆਪ ਹਸਪੀਟਲ ਲੈ ਗਏ। ਉਹਨਾਂ ਨੇ ਕਿਹਾ ਤੁਸੀਂ ਪੀਜੀਆਈ ਲੈ ਜਾਓ, ਪੀਜੀਆਈ ਵੀ ਲੈ ਗਏ ਜੀ। ਉੱਥੇ ਕਹਿੰਦੇ ਵਾਰਸ ਕੌਣ ਹੈ? ਮੈਂ ਫੇਰ ਕਹਿੰਦਾ ਵੀ ਸਾਰੇ ਡਾਕਟਰ ਇੱਕੋ ਜਿਹੇ ਨਹੀਂ ਹੁੰਦੇ, ਜਿਹੜੇ ਚੰਗੇ ਉਹਨਾਂ ਨੂੰ ਸਲੂਟ ਹੈ, ਪਰ ਵੱਡੀ ਗਿਣਤੀ 'ਚ ਹੋ ਕੀ ਰਿਹਾ ਉਹ ਮੈਂ ਤੁਹਾਡੇ ਨਾਲ ਜ਼ਿਕਰ ਜੀ ਬਿਲਕੁਲ ਡਿਸਕਸ ਕਰ ਰਿਹਾ ਕਿ ਹਸਪੀਟਲ ਜਦੋਂ ਲੈ ਕੇ ਗਏ, ਉਹ ਕਹਿੰਦੇ ਕੌਣ ਹੈ ਇਹਨਾਂ ਦੇ ਨਾਲ? ਕਹਿੰਦੇ ਜੀ ਇਹਨਾਂ ਦਾ ਨਾਲ ਤੇ ਇਹਨਾਂ ਦਾ ਵਾਰਸ ਕੋਈ ਨਹੀਂ ਹੈਗਾ ਵੀ ਸਾਨੂੰ ਉੱਥੋਂ ਮਿਲਿਆ। ਤੁਸੀਂ ਕਿਵੇਂ ਚੱਕ ਲਿਆ? ਹਾਂ, ਉੱਥੋਂ ਦੀ ਪੁਲਿਸ ਕਹਿੰਦੀ ਤੁਸੀਂ। ਉਸ ਵੇਲੇ ਗੱਲ ਕੀ ਹੈ ਬੜਾ ਕਲੀਅਰਲੀ ਜੋ ਸਾਨੂੰ ਦੱਸਿਆ ਜਾਂ ਲੈ ਕੇ ਆਏ, ਕਹਿੰਦੇ ਜੀ ਆਪਣਾ ਖਹਿੜਾ ਛਡਾਉਣਾ, ਇਹਨੂੰ ਪ੍ਰਵਾਸਰ ਲੈ ਜਾਓ। ਓਏ ਹੋਏ ਹੋਏ ਹੁਣ ਇਹਦੇ ਨਾਲ ਇਹ ਜੀਵੰਤ ਉਦਾਹਰਣ ਹੈ ਜੀ, ਮੈਂ ਇਹਦੇ ਵਿੱਚ ਕੋਈ ਉਹ ਨਹੀਂ, ਬਿਲਕੁਲ ਸਹੀ ਔਰ ਸੱਚੀ ਘਟਨਾ ਤੁਹਾਡੇ ਨਾਲ ਸਾਂਝੀ। ਔਰ ਥੋੜੀ ਦੇਰ ਬਾਅਦ ਮੈਨੂੰ ਫੋਨ ਆਇਆ ਬੱਚਿਆਂ ਦਾ, ਕਹਿੰਦੇ 32 ਹਸਪੀਟਲ 'ਚ ਸਾਡਾ ਖਹਿੜਾ ਛਡਾ ਦਿਓ। ਮੈਂ ਕੀ ਗੱਲ ਹੋ ਗਈ? ਕਹਿੰਦੇ ਅਸੀਂ ਜੀਰਕਪੁਰ ਤੋਂ ਇਸ ਬੀਬੀ ਨੂੰ ਚੱਕਿਆ ਸੀ ਤੇ ਸਾਨੂੰ ਹਸਪੀਟਲ ਦੇ ਵਿੱਚੋਂ ਹੁਣ ਜਾਣ ਨਹੀਂ ਦਿੰਦੇ। ਕਹਿੰਦੇ ਵੀ ਆਹ ਚੀਜ਼ ਲੈ ਕੇ ਆਓ, ਇਹਦੇ ਨਾਲ ਇਹਦੇ ਲਾਈਕ ਆਹ ਚੀਜ਼ ਚਾਹੀਦੀ ਹੈ, ਨਾਲ ਚਾਹੀਦਾ ਕੋਈ
ਕਹਿੰਦੇ ਸਾਡੇ ਪਿੱਛੇ ਘਰ ਦੇ ਸਾਨੂੰ ਫੋਨ ਕਰ ਰਹੇ ਆ ਕਿ ਸਾਡਾ ਖਹਿੜਾ ਛਡਾ ਦਿਓ। ਫਿਰ ਇੱਥੋਂ ਸੇਵਾਦਾਰ ਗਿਆ, ਮਤਲਬ ਖਹਿੜਾ ਛਡਾ ਦਿਓ ਕਿਹਨਾਂ ਨੂੰ ਮਤਲਬ ਕੌਣ ਕਹਿ ਰਹੇ ਹੈ? ਜਿਨ੍ਹਾਂ ਨੇ ਸਰਕਾਰ ਦੀਆਂ ਡਿਊਟੀਆਂ, ਉਹਨਾਂ ਦੇ ਫਰਜ਼ ਨਿਭਾਉਣ ਦੀ ਕੋਸ਼ਿਸ਼ ਕੀਤੀ, ਉਹਨਾਂ ਨੂੰ ਐਜ਼ ਅ ਕ੍ਰਿਮੀਨਲ ਉੱਥੇ ਜਦੋਂ ਟ੍ਰੀਟ ਕੀਤਾ ਜਾਂਦਾ ਹੈ ਤੇ ਫਿਰ ਮੋਟੀਵੇਸ਼ਨ ਦੇਣ ਵਾਲਾ ਮਤਲਬ ਕੌਣ ਹੋਰ ਜਿਹੜਾ ਸਰਕਾਰ ਸਮਾਜ ਦੇ ਵਿੱਚ ਸਮਾਜ ਸੇਵਾ ਨੂੰ ਅੱਗੇ ਵਧਾਉਣ ਦੇ ਲਈ, ਜਿਵੇਂ ਆਪਾਂ ਕਹਿੰਦੇ ਨੇ ਬਾਹਰਲੇ ਕੰਟਰੀ 'ਚ ਕਿੱਦਾਂ ਐਪਰੀਸ਼ੀਏਟ ਕੀਤਾ ਜਾਂਦਾ ਕੋਈ ਚੰਗਾ ਕੰਮ ਕਰਦਾ, ਤੇ ਇੱਥੇ ਮਤਲਬ ਜੇ ਕੋਈ ਮੇਰੇ ਤਾਂ ਬਹੁਤ ਹੱਡ ਬੀਤੀਆਂ ਜੀ। ਬਿਲਕੁਲ, ਜੇ ਹੁਣ ਕੋਈ ਸੱਜਣ ਕਹੇ ਤੁਹਾਡੇ ਨਾਲ ਗੱਲ ਕਰਨ ਦਾ ਸਬਬ ਹੀ ਤਾਂ ਹੈ ਕਿ ਸੱਚ ਸਾਹਮਣੇ ਆਉਣੇ ਚਾਹੀਦੇ ਨੇ। ਇਹ ਹੱਡ ਬੀਤੀਆਂ ਮੈਂ ਬਾਰ-ਬਾਰ ਪੁੱਛਦਾ, ਜਿਹਦੇ ਵਿੱਚ ਪਿਛਲੇ ਹਫ਼ਤੇ 'ਚ ਮਤਲਬ ਇਸ ਮਹੀਨੇ ਦੇ ਜਿੰਨੇ ਦਿਨ ਹੈਗੇ ਉਨੇ ਕੇਸ ਸਾਡੇ ਕੋਲ ਪਹੁੰਚੇ ਹੋਣੇ ਜੀ। ਬਿਲਕੁਲ, ਜਿਹਦੇ ਵਿੱਚ ਬਹੁਤ ਪੜ੍ਹੀਆਂ ਲਿਖੀਆਂ ਲੜਕੀਆਂ, ਜਿਹਦੇ ਵਿੱਚ ਕਹ ਲਓ ਵੀ ਕੀ ਦੱਸਾਂ ਮੈਂ ਹੁਣ ਕਿਸ ਲੈਵਲ ਦੀਆਂ ਲੜਕੀਆਂ ਜਿਹੜੀਆਂ ਕਿ ਸੁਸਾਈਡਲ ਆਈਡੇਸ਼ਨਸ ਹੈਗੀਆਂ ਤੇ ਕਿਸ ਤਰ੍ਹਾਂ ਦੇ ਹਾਲਾਤਾਂ 'ਚ ਸਾਡੇ ਕੋਲ ਇਸ ਵੇਲੇ ਦਾਖਲ ਨੇ, ਜਿਹੜੀਆਂ ਕਿ ਸਵੇਰੇ ਮੈਨੂੰ ਫਿਰ ਫੋਨ ਆਇਆ, ਕਹਿੰਦੀ ਮੈਂ ਸੁਸਾਈਡ ਕਰ ਲੈਣਾ। ਕੌਣ ਹੈ ਉਹ? ਮਿਸ ਪੰਜਾਬ। ਓਏ ਵਾਹਿਗੁਰੂ, ਇਸ ਵੇਲੇ ਕਿੱਦਾਂ ਲਵਾਰਸ ਹੋ ਗਈ ਜਦੋਂ ਸਿਰ ਤੇ ਕੋਈ ਨਹੀਂ ਰਿਹਾ ਸੰਭਾਲ ਕਰਨ ਵਾਲਾ। ਤੇ ਉਹਨਾਂ ਦੇ ਹਾਲਾਤ ਮਤਲਬ ਉਹ ਇਹੋ ਜਿਹੇ ਹਾਲਾਤਾਂ 'ਚ ਪਹੁੰਚ ਗਏ ਆਪਣੇ ਹੀ ਦੇਸ਼ ਦੇ ਵਿੱਚ, ਲਵਾਰਸ ਹੋ ਗਏ। ਮਤਲਬ ਇੰਨੇ ਤਰ੍ਹਾਂ ਦੇ ਜਿਹੜੇ ਲੋਕ ਪੀੜਤ ਹੈ, ਜਿਹੜੇ ਕਹਿੰਦੇ ਸਾਈਨਾਈਡ ਦੇ, ਕੋਈ ਕਹਿੰਦਾ ਮੇਰੀ ਕਿਸ ਤਰ੍ਹਾਂ ਮੌਤ ਹੋ ਜੇ, ਕੋਈ ਕਹਿੰਦਾ ਟੋਆ ਪੱਟ ਲੈ ਮੈਨੂੰ ਦੱਬ ਦੇ, ਤੇ ਜਿਨ੍ਹਾਂ ਦੇ ਪਰਿਵਾਰਾਂ ਦੇ ਵਿੱਚ ਕੀ ਪਰਿਵਾਰਾਂ ਦੇ ਹੁੰਦੇ ਜਦੋਂ ਲਵਾਰਸ ਹੋ ਗਏ, ਤੇ ਇਹਦੇ 'ਚ ਨੀਤੀ ਬਣਾਉਣ ਲੱਗਿਆ ਕੀ ਮੁਸ਼ਕਲ ਆ ਰਹੀ ਹੈ। ਨਾਲੇ ਪਤਾ ਹੈ ਕਿ ਇਹਦਾ ਐਡਾ ਵੱਡਾ ਪਰਿਵਾਰ ਹੈ ਤੇ ਇੰਨਾ ਪੈਸਾ ਪਦਾਰਥ ਹੈ ਇਹਦੇ ਕੋਲ ਜੀ। ਬਿਲਕੁਲ, ਜੇ ਉਹਨਾਂ ਨੇ ਇਗਨੋਰ ਕਰ ਦਿੱਤਾ, ਉਹਦੀ ਪ੍ਰਾਪਰਟੀ ਸਰਕਾਰ ਅਕਵਾਇਰ ਕਰਕੇ ਤੇ ਉਹਨਾਂ ਦੇ ਲਈ ਰੀਹੈਬ ਸੈਂਟਰ ਕਿਉਂ ਨਹੀਂ ਬਣਾ ਦਿੰਦੀ? ਉਹਨਾਂ ਦੇ ਇਲਾਜ ਨੂੰ ਕਿਉਂ ਨਹੀਂ ਯਕੀਨੀ ਬਣਾ ਦਿੰਦੀ? ਜੇ ਕੋਠੀ ਦੇ ਵਿੱਚ ਬੰਦਾ ਪਿਆ ਏ, ਉਹਦੇ ਕੋਲ ਇੰਨੀ ਪ੍ਰਾਪਰਟੀ ਹੈਗੀ, ਪੈਸਾ ਹੈਗਾ, ਪੈਨਸ਼ਨਾਂ ਹੈਗੀਆਂ, ਉਹਨੂੰ ਬਿਨਾਂ ਸ਼ਰਤ ਹਸਪੀਟਲ ਦੀ ਐਂਬੂਲੈਂਸ ਕਿਉਂ ਨਹੀਂ ਚੱਕਦੀ? ਜਦੋਂ ਕਿ ਸੰਵਿਧਾਨਿਕ ਡਿਊਟੀ ਹੈ, ਸੰਵਿਧਾਨ ਦੇ ਆਧਾਰ ਤੇ ਸੰਭਾਲਣਾ ਹੈ ਉਹਨਾਂ ਨੇ। ਬਿਲਕੁਲ ਸਾਹਮਣੇ ਉਹਨਾਂ ਦੀ ਡਿਊਟੀ ਬਣਦੀ ਹੈ। ਮੈਂ ਇਸ ਕਰਕੇ ਕਹਿ ਰਿਹਾ ਵੀ ਉਹ ਵਾਇਸਲੈਸ ਹੋ ਗਏ। ਜੇ ਹੁਣ ਗਾਂ ਨੇ ਦੁੱਧ ਦੇਣਾ ਬੰਦ ਕਰਤਾ, ਇਹਦਾ ਮਤਲਬ ਗਾਂ ਦਾ ਰਸਾ ਖੋਲ ਦੂੰਗੇ। ਹਾਂ, ਡੰਡਾ ਮਾਰ ਕੇ ਥੋੜਾ ਭਜਾਉਂਗੇ ਉਹਨੂੰ। ਜੇ ਹੁਣ ਵਿਚਾਰਾ ਬਲਦ ਖੇਤੀਬਾੜੀ ਦੇ ਕੰਮ ਨਹੀਂ ਆ ਸਕਦਾ, ਸਾਰੇ ਤਾਂ ਰਸੇ ਵੀ ਨਹੀਂ ਖੋਲਦੇ। ਤੇ ਇਸ ਕਰਕੇ ਹੁਣ ਮਤਲਬ ਜੇਕਰ ਆਪਾਂ ਕਹੀਏ ਵੀ ਸਾਰਿਆਂ ਨੇ ਹੀ ਜ਼ਬਾਨ ਬੰਦ ਕਰ ਲਈ ਕਿ ਜਿਹੜਾ ਰੁਲਦਾ ਨਾਗਰਿਕ ਹੈ ਉਹਦੇ ਪ੍ਰਤੀ ਅਸੀਂ ਕੋਈ ਵੀ ਮੈਨੀਫੈਸਟੋ ਦੇ ਵਿੱਚ ਚੀਜ਼, ਕੋਈ ਵੀ ਆਰਟੀਕਲ, ਮਤਲਬ ਕੋਈ ਇਹੋ ਜਿਹਾ ਤੁਸੀਂ ਕੋਈ ਲਾਈਨ ਨਹੀਂ ਪਾਈ, ਤੇ ਇੱਥੋਂ ਮਤਲਬ ਏਦਾਂ ਲੱਗਦਾ ਵੀ ਇਹਨਾਂ ਦਾ ਤਾਂ ਗਾਵਾਂ ਤੇ ਉਹਨਾਂ ਬੁਲਦਾਂ ਨਾਲੋਂ ਵੀ ਹੱਲ ਬੁਰਾ ਕਰਤਾ ਨਾਗਰਿਕ ਦਾ, ਕਿ ਵੀ ਹੁਣ ਸਾਡੇ ਕੰਮ ਦੇ ਨਹੀਂ, ਸ਼ਾਇਦ ਇਹਨਾਂ ਨੇ ਕਿਹੜਾ ਸਾਨੂੰ ਸਾਡੇ ਕਿਸੇ ਕੰਮ ਆਉਣਾ ਹੈਗਾ। ਮਤਲਬ ਸਵੇ ਦਾ ਸਾਡੇ ਸਵਾਰਥ ਇੰਨਾ ਵੱਧ ਗਿਆ ਕਿ ਨਾਗਰਿਕ ਜਿਹੜਾ ਹੈਗਾ ਉਸ ਦੀ ਲਾਈਫ ਦਾ ਕੋਈ ਮੈਨ ਨਹੀਂ ਰਿਹਾ। ਮਤਲਬ ਉਹ ਬਾਰ-ਬਾਰ ਕਹਿੰਦੇ ਵੀ ਅਸੀਂ ਵੀ ਹੱਸਦੇ ਵਾਸਤੇ ਸੀ ਇਹਨਾਂ ਦੁਨੀਆ ਦੇ ਇਨਸਾਨਾਂ 'ਚ, ਪਰ ਸਾਡੀ ਖੁਸ਼ੀਆਂ ਖੋ ਗਈ ਹੁਣ ਖੁਦਗਰਜ਼ ਇਨਸਾਨਾਂ। ਬਿਲਕੁਲ ਭਾਈ ਸਾਹਿਬ, ਮੈਨੂੰ ਨਾ ਵਕਤ ਇੱਕ ਬ੍ਰੇਕ ਵੱਲ ਲੈ ਕੇ ਜਾ ਰਹੇ ਆ। ਪਿਆਰੇ ਦਰਸ਼ਕੋ, ਇਹ ਗੰਭੀਰ ਗੱਲਾਂ ਥੋੜੀਆਂ ਦੁੱਖ ਦਰਦ ਦਿੰਦੀਆਂ ਨੇ। ਇੱਕ ਭਾਈ ਸਾਹਿਬ ਨੇ ਗੱਲ ਸੁਣਾਈ ਸੀ ਤੇ ਮੇਰੇ ਲੂੰ ਕੰਡੇ ਖੜੇ ਹੋ ਗਏ ਸੀਗੇ ਕਿ ਇੱਕ ਵਿਅਕਤੀ ਜਦੋਂ ਆਪਣੇ ਬੰਦੇ ਨੂੰ ਲੱਭਣ ਗਿਆ ਨਹਿਰ ਕਿਨਾਰੇ ਤਾਂ 20 ਤੋਂ 25 ਲਾਸ਼ਾਂ ਪਹਿਲਾਂ ਹੀ ਪਈਆਂ ਸੀ। ਛੋਟੀ ਬੱਚੀ ਦੀ ਗੱਲ ਚੱਲ ਰਹੀ ਹੈ। ਇਹ ਗੱਲਾਂ ਬੜੀਆਂ, ਪਰ ਇਹਨਾਂ ਦੇ ਅਸੀਂ ਹੱਲ ਵੱਲ ਜਾਣਾ, ਅਸੀਂ ਇਹਨਾਂ ਦੇ ਨਿਵਾਰਨ ਵੱਲ ਜਾਣ ਦੀ ਕੋਸ਼ਿਸ਼ ਕਰਦੇ ਇਸ ਪ੍ਰੋਗਰਾਮ ਦੀ ਜਿਹੜੀ ਸਾਂਝ ਆ ਉਹ ਤੁਹਾਡੇ ਨਾਲ ਪਾਈ ਰੱਖਣੀ ਹੈ। ਫਿਲਹਾਲ ਵਕਤ ਇੱਕ ਬ੍ਰੇਕ ਦਾ, ਮਿਲਦੇ ਹਾਂ ਬ੍ਰੇਕ ਦੇ ਅਗਲੇ ਪਾਰ। ਬ੍ਰੇਕ ਤੋਂ ਬਾਅਦ ਤੁਹਾਡਾ ਮੁੜ ਸਵਾਗਤ ਹੈ। ਸਮਾਜ ਸੇਵਾ ਸੰਵਿਧਾਨ ਮੈਂ ਤੇ ਹੁਣ ਵਿੱਚੋਂ ਗਾਇਬ ਕਰ ਦਿੱਤਾ, ਪਰ ਉਹ ਕਿਤਾਬੀ ਵਾਕ ਬਣਤਰ ਦੇ ਅਨੁਸਾਰ ਜ਼ਰੂਰੀ ਹੈ। ਇੱਕ ਗੱਲ ਬਹੁਤ ਜ਼ਰੂਰੀ ਆਉਂਦੀ ਹੈ, ਮੈਂ ਜਿਸ ਬੋਲੀ ਨਾਲ ਤੁਹਾਡੇ ਨਾਲ ਗੱਲ ਕਰ ਰਿਹਾ ਇਹਨੂੰ ਪੰਜਾਬੀ ਕਿਹਾ ਜਾਂਦਾ ਹੈ। ਗੁਰਮੁਖੀ ਦੇ ਵਿੱਚੋਂ ਇਹ ਮੌਜੂਦਾ ਸਰੂਪ ਸਾਡੇ ਕੋਲ ਆਇਆ, ਔਰ ਜਦੋਂ ਮੈਂ ਪੰਜਾਬ ਜਾਂ ਪੰਜਾਬੀ ਦੀ ਗੱਲ ਕਰਦਾ ਤਾਂ ਫਿਰ ਸਾਡੇ ਕੋਲੇ ਬੜਾ ਕੁਝ ਮੌਲਿਕ ਸਰਮਾਇਆ ਪਿਆ। ਸਾਡੇ ਕੋਲ ਨੈਤਿਕ ਆਧਾਰ ਬਹੁਤ ਵੱਡੇ ਤੇ ਮਜ਼ਬੂਤ ਪਏ ਨੇ ਨੀਹਾਂ ਦੇ ਰੂਪ ਦੇ ਵਿੱਚ। ਪਰ ਕੀ ਅਸੀਂ ਬਤੌਰ ਪੰਜਾਬੀ ਜਾਂ ਪੰਜਾਬੀਅਤ ਹੋਣ ਦੇ ਨਾਤੇ ਆਪਣੇ ਫਰਜ਼ਾਂ ਨੂੰ ਜਾਂ ਆਪਣੇ ਕੀਤੇ ਜਾਣ ਵਾਲੇ ਕੰਮਾਂ ਦੇ ਵਿੱਚ ਉਹ ਸਾਰੀਆਂ ਚੀਜ਼ਾਂ ਲੈ ਕੇ ਆ ਰਹੇ ਹਾਂ? ਭਾਈ ਸ਼ਮਸ਼ੇਰ ਸਿੰਘ ਜੀ ਸਾਡੇ ਨਾਲ ਜੁੜੇ ਹੋਏ ਆ। ਇਹਨਾਂ ਤੋਂ ਬਿਹਤਰ ਕੌਣ ਦੱਸ ਸਕਦਾ ਤੇ ਕੌਣ ਜਾਣ ਸਕਦਾ? ਬਾਈ ਜੀ ਮੁੜ ਸਵਾਗਤ ਹੈ ਤੁਹਾਡਾ। ਬਹੁਤ ਧੰਨਵਾਦ ਜੀ। ਧਰਮ ਇੱਕ ਐਸੀ ਮੇਰੇ ਖਿਆਲ 'ਚ ਚੀਜ਼ ਆ ਜਾਂਦੀ ਹੈ ਜੀ ਵਿੱਚ, ਜਿਹਦੇ ਵਿੱਚ ਨੈਤਿਕਤਾ ਵੀ ਆ ਜਾਂਦੀ ਹੈ, ਦੁਨਿਆਵੀ ਪੜ੍ਹਾਈ ਦੀ ਨੈਤਿਕਤਾ ਵੀ ਆ ਜਾਂਦੀ ਹੈ, ਕਿਉਂਕਿ ਤੁਸੀਂ ਉਸ ਵਿਸ਼ੇ ਨੂੰ ਛੋਹਣ ਦਾ ਯਤਨ ਕੀਤਾ ਸੀ ਕਿ ਭਾਈ ਇਕੱਲੇ ਉਹ ਨਹੀਂ ਜਿਹੜੇ ਡਿਸਆਰਡਰ ਦੇ ਕੰਢੇ 'ਤੇ ਪਹੁੰਚ ਗਏ ਜਾਂ ਹੋ ਚੁੱਕੇ ਆ, ਸਾਡਾ ਤਾਂ ਨੈਤਿਕ ਪਤਨ ਹੀ ਹੋ ਰਿਹਾ, ਦੁਨਿਆਵੀ ਪੜ੍ਹਾਈ ਦੇ ਵਿੱਚੋਂ ਵੀ ਹੋ ਰਿਹਾ। ਪਰ ਜਦੋਂ ਧਾਰਮਿਕ ਆਧਾਰ ਦੀ ਗੱਲ ਕਰਦੇ ਹਾਂ ਜਾਂ ਪੰਜਾਬੀਅਤ ਜਾਂ ਪੰਜਾਬੀ ਹੋਣ ਦੀ ਗੱਲ ਕਰਦੇ ਹਾਂ ਤਾਂ ਉਦੋਂ ਫਿਰ ਅਸੀਂ ਕਿੰਨੇ ਕੁ ਪਤਨ 'ਚ ਚਲੇ ਗਏ ਹਾਂ ਧਾਰਮਿਕ ਆਧਾਰ 'ਤੇ ਜਾਂ ਧਰਮ ਦੇ ਆਧਾਰ 'ਤੇ? ਬਹੁਤ ਵਧੀਆ ਤੁਹਾਡਾ ਮਤਲਬ ਇਹ ਸਵਾਲ ਹੈ, ਕਿਉਂਕਿ ਇਸ ਦੇ ਉੱਤੇ ਗੱਲ ਵੀ ਬਹੁਤ ਘੱਟ ਹੁੰਦੀ ਹੈ ਜੀ। ਧਰਮ ਦੇ ਆਧਾਰ ਤੇ, ਨਾਮ ਦੇ ਆਧਾਰ ਤੇ ਜੇਕਰ ਕੋਈ ਇਸ ਨੂੰ ਸਮਝ ਲਵੇ ਨਾ ਜੀ, ਇਹ ਸਾਡੀਆਂ ਸਮੱਸਿਆਵਾਂ ਜਿਹੜੀਆਂ ਅੱਜ ਜਿਹਦੇ ਵਿੱਚ ਮਤਲਬ ਅੱਜ ਕਹਿ ਲਓ ਵੀ ਫਿਰਕਾ ਪ੍ਰਸਤ ਲੋਕਾਂ ਨੇ ਜੀ ਅੱਜ ਇੱਕ ਦੂਜੇ ਨਾਲੋਂ ਸਾਨੂੰ ਫਾੜ ਜਿਹੜਾ ਧਰਮ ਹੈਗਾ ਨਾ ਉਹ ਇੱਕ ਕਰਦਾ ਹੈਗਾ ਜੀ। ਮਤਲਬ ਇਹ ਗੁਰਬਾਣੀ ਨੇ ਸਮਝਾਇਆ ਕਿ ਸਭ ਦਾ ਇੱਕੋ ਮਾਲਕ ਸਾਡਾ ਸਾਰਿਆਂ ਦਾ, ਇਹ ਗੁਰਬਾਣੀ ਨੇ ਸਮਝਾਇਆ। ਬਿਲਕੁਲ। ਪਰ ਧਰਮ ਤੋਂ ਭਟਕੇ ਲੋਕਾਂ ਨੇ ਮਜ਼ਹਬਾਂ ਦਾ ਰੌਲਾ ਪਾਇਆ
ਇਹਨਾਂ ਨੂੰ ਰੁਲਦੀਆਂ ਦੇਖ ਕੇ ਜਾਨਾਂ ਨੂੰ ਇਹਨਾਂ ਨੂੰ ਰਤਾ ਤਰਸ ਨਾ ਆਵੇ ਤੇ ਰੱਬ ਦਾ ਜੀਵਾਂ ਵਿੱਚ ਵਸਦਾ। ਬਿਲਕੁਲ ਇਹ ਰਸਮਾਂ ਦਾ ਤੇ ਮਜ਼ਹਬਾਂ ਦਾ ਰੌਲਾ ਪਾਈ ਜਾਂਦਾ। ਜੀ 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 ਇਹ ਤਾਂ ਹਾਲਾਤ ਮਤਲਬ ਇਹ ਸੁਰਤ ਉੱਚੀ ਚੁੱਕਣ ਵਾਸਤੇ ਸਾਨੂੰ ਸੰਦੇਸ਼ ਗੁਰਬਾਣੀ ਸਾਡੀ ਸੁਰਤ ਜਿਹੜੀ ਹੈਗੀ ਕਿ ਸਾਡਾ ਸਭ ਦਾ ਮਾਲਿਕ ਇੱਕ ਹੈ, ਏਕ ਪਿਤਾ ਏਕ ਸਕੇ ਹਮ ਬਾਰਿਕ ਹੈ। ਜੇ ਕੁਦਰਤ ਇੱਕ ਹੈ, ਬੰਦੇ ਸਭ ਅਵਲੇ ਅੱਲਾ ਨੂਰ ਪਾਏ, ਕੁਦਰਤ ਕੇ ਸਭ ਬੰਦੇ ਇੱਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ। ਤੇ ਕੋਈ ਸਾਡਾ ਐਕਸ਼ਨ ਇਹੋ ਜਿਹਾ ਹੈਗਾ ਜਿਹੜਾ ਇਸ ਸਿਧਾਂਤ ਦੇ ਨਾਲ ਕਨੈਕਸ਼ਨ, ਜਿਹਦਾ ਕਨੈਕਸ਼ਨ ਹੋਵੇ ਕੋਈ। ਇਹ ਸਵਾਲ ਹੈ ਜੀ, ਇਹ ਸਵਾਲ ਸਾਡਾ ਸਾਰਿਆਂ ਲਈ ਹੈ, ਸਾਰਿਆਂ ਲਈ ਕੋਈ ਵੀ ਸੱਜਣ ਸਾਨੂੰ ਮਤਲਬ ਆਪਾਂ ਇਸ ਤੇ ਵਿਚਾਰ ਕਰ ਸਕੀਏ, ਨਾਨਕ ਸ਼ਬਦ ਵਿਚਾਰੀਏ, ਪਾਈਏ ਗੁਣੀ ਨਿਧਾਨ ਵਿਚਾਰੀਏ, ਆਪਾਂ ਬੁੱਝੀਏ ਕਿ ਜੋ ਅਸੀਂ ਜੇਕਰ ਅਸੀਂ ਇਸ ਗੱਲ ਤੇ ਵਿਸ਼ਵਾਸ ਕਰਦੇ ਹਾਂ ਕਿ ਸਾਡਾ ਸਭ ਦਾ ਮਾਲਕ ਇੱਕ ਹੈ, ਉਹਦੀ ਕੁਦਰਤ ਇੱਕ ਹੈ, ਕੁਦਰਤ ਕੇ ਸਭ ਬੰਦੇ ਹੈ, ਕਿਉਂਕਿ ਸੂਰਜ ਵੀ ਇੱਕ ਹੈ ਤੇ ਹਵਾ ਵੀ ਇੱਕ ਹੈ ਤੇ ਪਾਣੀ ਵੀ ਇੱਕ ਹੈ। ਜੇ ਅਸੀਂ ਜੇਕਰ ਵਾਕਈ ਵੱਖਰੇ ਵੱਖਰੇ ਹੁੰਦੇ, ਅਸੀਂ ਆਪਣੇ ਵੱਖਰੇ ਗੱਡੀਆਂ ਬਣਾਉਂਦੇ ਤੇ ਵੱਖਰੇ ਘਰ ਬਣਾਉਂਦੇ ਤੇ ਵੱਖਰੇ ਸੂਰਜ ਵੀ ਬਣਾ ਲੈਣੇ ਸੀ, ਵੱਖਰੀ ਹਵਾ ਵੀ ਬਣਾ ਲੈਣੀ ਸੀ। ਤੇ ਇਸੇ ਧਰਤੀ ਵਿੱਚ ਸਾਰੇ ਮਿਲਦੇ ਆ ਤੇ ਧਰਤੀ ਦਾ ਬਿਹੇਵੀਅਰ ਵੀ ਇੱਕੋ ਜਿਹਾ ਹੀ ਹੈਗਾ, ਅੱਗ ਦਾ ਬਿਹੇਵੀਅਰ ਵੀ ਇੱਕੋ ਜਿਹਾ, ਸਾੜ ਦੀ ਵੀ ਇੱਕੋ ਤਰ੍ਹਾਂ। ਬਿਲਕੁਲ ਬਿਲਕੁਲ। ਤੇ ਇਸ ਕਰਕੇ ਸਾਡਾ ਜਦੋਂ ਸਾਰਿਆਂ ਦਾ ਮਾਲਕ ਇੱਕ ਹੈ, ਹੁਣ ਆਪਾਂ ਇਹ ਵਿਚਾਰੀਏ, ਆਪਣੇ ਅੰਦਰੋਂ ਜਵਾਬ ਲਈਏ ਕਿ ਕੋਈ ਵੀ ਸਾਡੇ ਲਾਈਫ ਦਾ ਗੋਲ ਐਸਾ ਹੈਗਾ ਹੈ ਕਿ ਜਿਸ ਦੇ ਵਿੱਚੋਂ ਮਤਲਬ ਇਹ ਚੀਜ਼ ਨਿਕਲੇ ਕਿ ਸਾਡਾ ਸਭ ਦਾ ਮਾਲਿਕ ਇੱਕ ਹੈ। ਜਿਵੇਂ ਪਰਿਵਾਰ ਸਾਡਾ ਇੱਕ ਹੁੰਦਾ ਨਾ, ਅਸੀਂ ਕਹਿੰਦੇ ਸਾਡੇ ਪਰਿਵਾਰ ਨੂੰ ਛੱਤ ਚਾਹੀਦੀ ਹੈ ਜੀ, ਬਿਲਕੁਲ, ਸਾਡਾ ਪਰਿਵਾਰ ਰੋਲਣਾ ਨਹੀਂ ਚਾਹੀਦਾ, ਪਹਿਲਾਂ ਸੋਚਦੇ ਆ, ਸੁਣਦਾ। ਤੇ ਜਿਸ ਦੇ ਵਿੱਚ ਅਸੀਂ ਇਹ ਗੱਲ ਬੜੀ ਬਾਰ-ਬਾਰ ਸੁਣਦੇ ਹਾਂ ਕਿ ਸਭ ਦਾ ਮਾਲਿਕ ਇੱਕ ਹੈ, ਫਿਰ ਅਸੀਂ ਕਹਿੰਦੇ ਸਾਨੂੰ ਵਿਸ਼ਵਾਸ ਹੈ ਕਿ ਸਾਡਾ ਮਾਲਿਕ ਇੱਕ ਹੈ, ਕੁਦਰਤ ਇੱਕ ਹੈ, ਕੁਦਰਤ ਕੇ ਸਭ ਬੰਦੇ ਆ। ਅਸੀਂ ਬਾਰ-ਬਾਰ ਇਸ ਗੱਲ ਨੂੰ ਜਦੋਂ ਦੁਹਰਾਉਂਦੇ ਹਾਂ ਕਿ ਈਸ਼ਵਰ ਇੱਕ ਹੈ, ਗੋਡ ਇਜ਼ ਵਨ, ਸਾਰਾ ਕੁਝ ਇਹ ਰੌਲਾ ਪੈਂਦਾ ਹੈ ਨਾ। ਪਰ ਮੈਨੂੰ ਲੱਗਦਾ ਕਿ ਰੌਲਾ ਰਹਿ ਗਿਆ, ਅਸੀਂ ਉਸ ਦੇ ਉਦੇਸ਼ ਤੋਂ ਭਟਕ ਗਏ। ਨਹੀਂ ਲੱਗਦਾ, ਤਾਂ ਮੈਂ ਇਹ ਕਹਿੰਦਾ ਵੀ ਜੇ ਨਹੀਂ ਇਹ ਸੱਚ ਤਾਂ ਸਾਨੂੰ ਕਿਹੜਾ ਲਾਈਫ ਦਾ ਸਾਡੀ ਦਾ ਗੋਲ ਹੈਗਾ ਜਿਹਦਾ ਕਨੈਕਸ਼ਨ ਇਸ ਸੱਚ ਨਾਲ ਹੋਵੇ ਕਿ ਸਾਡਾ ਸਭ ਦਾ ਮਾਲਿਕ ਇੱਕ ਹੈ। ਜੇ ਸਭ ਦਾ ਮਾਲਿਕ ਇੱਕ ਹੈ ਤੇ ਸਾਡੇ ਮਾਲਿਕ ਦੀ ਔਲਾਦ, ਮੇਰੇ ਪਰਿਵਾਰ ਦੇ ਮੈਂਬਰ, ਜੇ ਉਹ ਰੁਲ ਰਹੇ ਚੇਤੇ ਕਿਉਂ ਨਹੀਂ ਆਏ? ਫਿਰ ਚੇਤੇ ਕਿਉਂ ਨਹੀਂ ਆਏ? ਕੋਈ ਇਲਾਜ ਬਿਨਾਂ ਮਰਦੇ ਚੇਤੇ ਕਿਉਂ ਨਹੀਂ ਆਏ? ਫਿਰ ਉਹ ਉਹਨਾਂ ਦੇ ਰੁਜ਼ਗਾਰ ਦੀਆਂ ਸਮੱਸਿਆਵਾਂ ਉਹ ਸਾਨੂੰ ਚੇਤੇ ਕਿਉਂ ਨਹੀਂ ਆਈਆਂ? ਉਹਦੇ ਇਨਸਾਫ ਦੀਆਂ, ਤੇ ਉਹਨਾਂ ਦੇ ਲਈ ਪਾਣੀ ਦਾ ਕੀ ਹਾਲ ਕਰਤਾ, ਪਾਣੀ ਕਿਵੇਂ ਪੋਲਿਊਟ ਕਰਤਾ ਸੀ। ਮਤਲਬ ਇਹ ਗੱਲਾਂ ਜਿਹੜੀਆਂ ਸਾਨੂੰ ਧਰਮ ਸਮਝਾਉਂਦਾ, ਇਹ ਧਰਮ ਕੋਈ ਸਾਡੇ ਲੋਕਾਂ ਨੇ ਧਰਮ ਨੂੰ ਸਮਝਿਆ ਨਹੀਂ ਹੈਗਾ। ਕਿਵੇਂ? ਇਹਦਾ ਵਾਸਤਵਿਕ ਰੂਪ ਧਰਮ ਦਾ ਸਮਝਿਆ ਨਹੀਂ ਹੈਗਾ। ਧਰਮ ਮਜ਼ਹਬਾਂ ਦਾ ਰੌਲਾ ਪਾ ਲਿਆ। ਧਰਮ ਜਿਹੜਾ ਹੈਗਾ ਇਹ ਹੈਗਾ ਧਰਮ ਦਇਆ ਕਾ ਪੂਤ ਹੈਗਾ। ਕਹਿੰਦੇ ਧਰਮ ਧੌਲ ਜਿਹੜਾ ਜਿਹਨੂੰ ਤੁਸੀਂ ਕਹਿੰਦੇ ਆ ਨਾ ਵੀ ਇਹ ਧਰਮ ਹੈ, ਦਇਆ ਕਾ ਪੂਤ ਹੈਗਾ। ਮਤਲਬ ਹੁਣ ਇਹਦਾ ਮਤਲਬ ਕੱਢ ਕੇ ਜਿਹੜਾ ਵੀ ਸੱਜਣ ਵਿਚਾਰਵਾਨ ਸੱਜਣ ਹੈਗੇ ਆ ਤੇ ਮਤਲਬ ਚਲੋ ਸਭ ਦੀ ਆਪਣੀ ਆਪਣੀ ਪਰਸੈਪਸ਼ਨ ਹੈਗੀ ਹੈ, ਪਰ ਇਹਦਾ ਕੀ ਮਤਲਬ ਕੱਢ ਲੂਗੇ ਆਪਾਂ? ਹੋਰ ਏਕੋ ਧਰਮ ਜਿਹੜਾ ਸੱਚ, ਕੋਈ ਅਲਟੀਮੇਟ ਸੱਚ ਜਿਹੜਾ ਹੈਗਾ ਏ, ਸੱਚ ਤਾਂ ਇਹੀ ਹੈ ਕਿ ਸਾਡਾ ਸਭ ਦਾ ਮਾਲਿਕ ਇੱਕ ਹੈ। ਉਹੀ ਹਵਾ ਸਾਰੇ ਲੈਂਦੇ ਆ, ਬਿਲਕੁਲ, ਤੇ ਪਾਣੀ ਦੇ ਵਿੱਚ ਉਹੀ ਜਿਹੜਾ ਹਾਈਡਰੋਜਨ ਆਕਸੀਜਨ ਦੇ ਮੋਲੀਕਿਊਲ ਉਹੀ ਲੈਂਦੇ ਅਸੀਂ, ਸਭ ਨੂੰ ਜੀਵਨ ਉਹੀ ਦਿੰਦਾ। ਤੇ ਇਸ ਕਰਕੇ ਮਤਲਬ ਜਿਹੜਾ ਅਲਟੀਮੇਟ ਸੱਚ ਆ ਉਹ ਧਰਮ ਹੈਗਾ ਏ। ਧਰਮ ਮਤਲਬ ਸਾਡਾ ਸਭ ਦਾ ਇਹੀ ਸਮਝਾਉਂਦਾ, ਸਾਡਾ ਸਭ ਦਾ ਮਾਲਕ ਇੱਕ ਹੈ। ਤੇ ਜੇ ਸਭ ਦਾ ਮਾਲਕ ਇੱਕ ਹੈ, ਕਿਹਨੂੰ ਪਿੱਛੇ ਛੱਡਣਾ ਹੈ, ਕਿਹਨੂੰ ਨੀਵਾਂ ਦਿਖਾਉਣਾ ਹੈ? ਤੇ ਆ ਜਿਹੜਾ ਪੈਸਾ ਉਹਦਾ ਹੱਕ ਖੋ ਕੇ ਇੱਕ ਪਾਸੇ ਤੇ ਪਤਾ ਹੀ ਨਹੀਂ ਪੈਸੇ ਪਦਾਰਥਾਂ ਦਾ ਕਿੰਨੇ ਹੈਗੇ ਨੇ, ਦੂਜੇ ਪਾਸੇ ਲੋਕ ਬੇਸਿਕ ਨੀਡ ਨੂੰ ਤਰਸਣ ਲੱਗੇ। ਤੇ ਫਿਰ ਧਰਮ ਜਿਹੜਾ ਹੈਗਾ ਸਾਨੂੰ ਇਹ ਸਿਖਾਉਂਦਾ ਸੀ ਕਿ ਅਸੀਂ ਧੰਦਾ ਕਰਨਾ ਕਿੱਦਾਂ ਹੈ, ਅਸੀਂ ਲੋਕਾਂ ਦੇ ਹੱਕ ਕਿੱਦਾਂ ਖੋਣ ਲੱਗੇ। ਤੇ ਮਤਲਬ ਹੁਣ ਫਿਰ ਪਖੰਡ ਕਿਹਨੂੰ ਕਹੋਗੇ ਅਸੀਂ, ਤੇ ਫੋਕਟ ਕਰਮ ਕਿਹਨੂੰ ਕਹੋਗੇ ਅਸੀਂ? ਮਤਲਬ ਜਿਸ ਦਿਨ ਕਹ ਲੋ ਵੀ ਸਾਡੀ ਨੀਤੀ ਜਿਹੜੀ ਹੈਗੀ ਹੈ, ਸਾਡੇ ਰਾਜ ਦੇ ਵਿੱਚ ਧਰਮੀ ਬੰਦੇ ਆ ਗਏ, ਹੁਣ ਫਿਰ ਇਹਨਾਂ ਕਹਿਣਾ ਵੀ ਧਰਮ ਸਿੱਖ ਹੁੰਦਾ, ਧਰਮ ਮੁਸਲਮਾਨ ਹੁੰਦਾ, ਧਰਮ ਉਹ ਧਰਮ ਨਾ ਬੋਧੀ ਨਾ ਬੋਧੀ ਹੁੰਦਾ ਧਰਮ, ਨਾ ਜੈਨੀ ਹੁੰਦਾ ਧਰਮ, ਤੇ ਨਾ ਹਿੰਦੂ ਹੁੰਦਾ ਧਰਮ, ਤੇ ਨਾ ਸਿੱਖ ਹੁੰਦਾ ਧਰਮ। ਨੂੰ ਤਾਂ ਸਿੱਖਣਾ ਹੁੰਦਾ। ਉਹ ਕਹਿੰਦੇ ਧਰਮ ਨੂੰ ਸਿੱਖ ਹੈ ਕੀ ਹੈ? ਧਰਮ ਹੈਗਾ ਇੱਕੋ ਧਰਮ ਜਿਹੜਾ ਸੱਚ ਕੋਈ। ਧਰਮ ਜਿਹੜਾ ਅਲਟੀਮੇਟ ਸੱਚ ਹੈਗਾ ਏ ਉਹ ਧਰਮ ਹੈਗਾ ਏ। ਮਹਾਰਾਜ ਬਾਰ-ਬਾਰ ਸਮਝਾ ਰਹੇ ਆ, ਕਹਿੰਦੇ ਏਕ ਦ੍ਰਿਸ਼ਟ ਕਰ ਸਭ ਸਰਜਣਾ ਜੋਗੀ ਕਹੀਏ ਸੋਈ। ਸਾਰਿਆਂ ਨੂੰ ਜਦੋਂ ਵੀ ਉਹ ਮਤਲਬ ਗੱਲ ਕਰਦੇ ਸੀ ਜੱਗ ਗਿਆਨੀਆਂ ਨਾਲ ਜੱਗ ਭਰਿਆ ਪਿਆ, ਬਿਲਕੁਲ। ਵਿਰਲਾ ਆਚਾਰੀ ਕਹਿੰਦੇ ਆਚਾਰ ਦੇ ਵਿੱਚ ਤੇ ਕਿਰਦਾਰ ਦੇ ਵਿੱਚ ਤਾਂ ਉਹ ਗਿਆਨ ਦੇ ਆਧਾਰ ਤੇ ਕੋਈ ਕਮੀ ਨਹੀਂ ਆ ਰਿਹਾ। ਜੱਗ ਪੰਡਤ ਵਿਰਲਾ ਵਿਚਾਰੀ, ਪੰਡਤ ਬਥੇਰੇ ਜੱਗ ਦੇ ਉੱਤੇ ਹੈਗੇ ਆ, ਪਰ ਉਹ ਇਸ ਗੱਲ ਦੀ ਵਿਚਾਰ ਹੀ ਨਹੀਂ ਕਰਦੇ ਵੀ ਸਾਡਾ ਸਭ ਦਾ ਮਾਲਕ ਇੱਕ ਹੈ। ਬਿਨ ਸਤਿਗੁਰ ਭੇਟੇ ਕਹਿੰਦੇ ਫਿਰ ਹੰਕਾਰੀ। ਮਤਲਬ ਗੱਲ ਤੇ ਮਤਲਬ ਸਾਨੂੰ ਜਿਹੜਾ ਵੰਡ ਦਿੱਤਾ ਗਿਆ ਨਾ, ਇਹ ਫਿਰਕਾ ਪ੍ਰਸਤ ਲੋਕਾਂ ਨੇ ਸਾਨੂੰ ਵੰਡ ਦਿੱਤਾ ਹੈ, ਜਿਸ ਕਰਕੇ ਇਸ ਦੇ ਆਧਾਰ ਦੇ ਉੱਤੇ ਅੱਜ ਮਤਲਬ ਨੀਤੀ ਜਿਹੜੀ ਸਾਡੀ, ਜਿਹੜਾ ਸਾਡਾ ਮਤਲਬ ਜਿਹਨੂੰ ਕਹੀਏ ਵੀ ਜਿਹੜਾ ਅੱਜ ਰੌਲਾ ਪੈ ਰਿਹਾ, ਜਿਹਨੂੰ ਤੁਸੀਂ ਕਹਿੰਦੇ ਆ ਫੈਸਟੀਵਲ ਜਿਹਨੂੰ ਕਹਿ ਰਹੇ ਹੋ ਤੁਸੀਂ, ਜੀ ਬਿਲਕੁਲ, ਤੇ ਇਸ ਦੇ ਵਿੱਚ ਧਰਮ ਦੇ ਆਧਾਰ ਤੇ ਫਿਰਕਾ ਪ੍ਰਸਤ ਲੋਕਾਂ ਨੇ ਵੰਡ ਕੇ ਸਾਨੂੰ ਅੱਡ ਕਰਕੇ ਇਹ ਸਾਰੇ ਭਟਕੇ ਹੋਏ ਲੋਕ ਹੈ। ਇਹਨਾਂ ਨੂੰ ਸਮਝਣ ਦੀ ਬਹੁਤ ਜ਼ਿਆਦਾ ਲੋੜ ਹੈਗੀ। ਤੇ ਜਿਸ ਦਿਨ ਅਸੀਂ ਇਹਦਾ ਵਾਸਤਵਿਕ ਅਸਲੀ ਰੂਪ ਧਰਮ ਦਾ ਸਮਝ ਲਿਆ,
ਜਿਹੜਾ ਵੀ ਸਾਨੂੰ ਇਹਦਾ ਫਾੜਦਾ ਹੈ ਨਾ, ਇਹਨਾਂ ਚੱਕਰਾਂ 'ਚ ਪਾਉਂਦਾ ਹੈ, ਤੇ ਉਸ ਦਿਨ ਸਮਝ ਲਓ ਵੀ ਅਸੀਂ ਉਹਨੂੰ ਸਵਾਲ ਕਰਨੇ ਸ਼ੁਰੂ ਕਰ ਦਾਂਗੇ, ਹੈ ਨਾ। ਇਹ ਸਭ ਤੋਂ ਮੈਨੂੰ ਲੱਗਦਾ ਕਿ ਕਿੰਨਾ ਕੁ ਜ਼ਰੂਰੀ ਹੈ ਨੁਮਾਇੰਦਿਆਂ ਨੂੰ, ਚੁਣੇ ਹੋਇਆਂ ਨੂੰ, ਜਾਂ ਜਿਹੜੇ ਸਾਡੇ ਅਫਸਰਸ਼ਾਹੀ ਆ ਉਹਨੂੰ ਸਵਾਲ ਕਰਨਾ ਨਾਗਰਿਕ ਲਈ ਕਿੰਨਾ ਕੁ ਅਹਿਮ, ਕਿੰਨਾ ਕੁ ਲਾਜ਼ਮੀ ਆ। ਜਿਵੇਂ ਅੱਜ ਕੱਲ੍ਹ ਪੋਲੀਟੀਕਲ ਲੋਕਾਂ ਨੂੰ ਪੁੱਛਣ ਲੱਗ ਗਏ ਨੇ ਸਵਾਲ ਲੋਕ, ਪਰ ਇਸ ਮਾਮਲੇ ਦੇ ਉੱਤੇ, ਮਨੁੱਖਤਾ ਦੇ ਮਾਮਲੇ ਦੇ ਉੱਤੇ ਸਵਾਲ ਕਰਨਾ ਕਿੰਨਾ ਲਾਜ਼ਮੀ ਹੈ। ਜੇਕਰ ਸਵਾਲ ਅਸੀਂ ਕਰਨ ਲੱਗ ਜਾਾਂਗੇ ਨਾ ਜੀ, ਅਵੇਅਰ ਹੋ ਕੇ, ਜੀ ਅਵੇਅਰ ਹੋ ਗਏ। ਹੁਣ ਮੈਨੂੰ ਥੋੜੇ ਦਿਨ ਪਹਿਲਾਂ ਦੀ ਗੱਲ ਹੈਗੀ, ਕੁਝ ਦਿਨ ਪਹਿਲਾਂ ਦੀ ਗੱਲ ਹੈ, ਮੈਂ ਮਹੀਨੇ ਦੀ ਨਹੀਂ ਗੱਲ ਕਰਦਾ। ਕਹਿੰਦੇ ਇਹ ਤਾਂ ਜੀ ਕੋਸ਼ਿਸ਼ ਕਰਦੇ ਆ, ਹੋ ਵੀ ਸਕਦਾ, ਨਹੀਂ ਵੀ ਹੋ ਸਕਦਾ। ਮੈਂ ਕਿਹਾ ਚਲੋ ਨਹੀਂ ਹੋ ਸਕਦਾ, ਤੁਸੀਂ ਇੰਚਾਰਜ ਹੋ? ਕਹਿੰਦੇ ਹਾਂ। ਮੈਂ ਕਿਹਾ ਤੁਹਾਡੇ ਅੰਡਰ ਹੈ ਇਹ ਏਰੀਆ? ਕਹਿੰਦੇ ਹਾਂਜੀ। ਤੇ ਮੈਂ ਕਿਹਾ ਜੇ ਇਹ ਨਹੀਂ ਹੁੰਦਾ ਤੇ ਸੰਵਿਧਾਨਿਕ ਡਿਊਟੀ ਦੱਸੋ ਬਣਦੀ ਕਿਹਦੀ ਹੈ ਫਿਰ? ਜੀ, ਜੇ ਨਹੀਂ ਹੁੰਦਾ ਤਾਂ, ਜੇ ਇੰਪਲੀਮੈਂਟੇਸ਼ਨ ਨਹੀਂ ਹੁੰਦੀ ਤਾਂ, ਜੇ ਇਸ ਨੂੰ ਤੁਸੀਂ ਨਹੀਂ ਬਚਾਉਂਦੇ ਤੇ ਫਿਰ ਇਹ ਦੱਸੋ ਵੀ ਸੰਵਿਧਾਨ ਕੀ ਕਹਿੰਦਾ ਹੈ ਵੀ ਇਹ ਬਚਾਉਣਾ ਕਿਹਨੇ ਹੈ ਜੀ, ਇਹ ਕੰਮ ਕਰਨਾ ਕਿਹਨੇ ਹੈ ਫਿਰ? ਹੁਣ ਉਸ ਵੇਲੇ ਚੁੱਪ। ਮੇਰਾ ਕਹਿਣ ਤੋਂ ਭਾਵ ਸਾਡੇ ਸਤਿਕਾਰਯੋਗ ਜਿੰਨੇ ਵੀ ਦੇਸ਼ ਦੇ ਨਾਗਰਿਕ ਹੈ, ਉਹ ਜਿਸ ਦਿਨ ਮਤਲਬ ਦੇਸ਼ ਦੇ ਵਾਰਸਾਂ ਨੂੰ, ਜੇਕਰ ਹੁਣ ਮਤਲਬ ਕੋਈ ਸਾਨੂੰ, ਸਾਡੇ ਬਹੁਤ ਸਤਿਕਾਰਯੋਗ ਹੈ ਮਤਲਬ ਜਿੰਨੇ ਵੀ ਬਿਊਰੋਕਰੇਟਸ ਹੈਗੇ ਹੈ, ਜੇਕਰ ਉਹ ਕਹਿਣ ਵੀ ਨਹੀਂ ਜੀ ਇਹ ਨਹੀਂ ਹੋ ਸਕਦਾ, ਅਸੀਂ ਕਹੀਏ ਤੁਸੀਂ ਰਿਫਿਊਜ਼ ਕਰ ਦਿਓ, ਨਹੀਂ ਹੋ ਸਕਦਾ, ਅਸੀਂ ਨਾਗਰਿਕ ਹਾਂ, ਸਾਡੇ ਲਈ ਤੁਸੀਂ ਚੁਣੇ ਗਏ ਹੈ, ਉਹਨਾਂ ਦਾ ਮੈਂ ਨਹੀਂ ਸਾਡੇ ਕਰਕੇ ਹੈਗਾ, ਉਹਨਾਂ ਦੀ ਹੋਂਦੇ ਨਹੀਂ ਹੈਗੀ, ਸਾਡੇ ਲਈ ਹੈ, ਸਾਡੇ ਲਈ ਨੇ। ਤੇ ਅਸੀਂ ਉਹਨਾਂ ਨੂੰ ਸੰਵਿਧਾਨ ਦੇ ਆਧਾਰ ਤੇ ਕਹਿੰਦੇ ਹਾਂ ਸਾਨੂੰ ਅਵੇਅਰਨੈਸ ਜ਼ਰੂਰੀ ਹੈ। ਸਾਨੂੰ ਐਜੂਕੇਸ਼ਨ 'ਚ ਅਵੇਅਰ ਨਹੀਂ ਕੀਤਾ ਜਾਂਦਾ ਵੀ ਅਸੀਂ ਆਪਣੇ ਸਾਡੇ ਹੱਕਾਂ ਪ੍ਰਤੀ ਜਾਗਰੂਕ ਨਹੀਂ ਕੀਤਾ ਜਾਂਦਾ। ਸਾਨੂੰ ਤੇ ਇਹ ਨਹੀਂ ਪਤਾ ਲੱਗਿਆ ਵੀ ਸਾਡਾ ਸਮਾਜਿਕ ਸੁਰੱਖਿਆ ਡਿਪਾਰਟਮੈਂਟ, ਸਾਨੂੰ ਸਮਾਜਿਕ ਸੁਰੱਖਿਆ ਡਿਪਾਰਟਮੈਂਟ ਜਿਹੜਾ ਹੈਗਾ, ਸੁਰੱਖਿਆ ਡਿਪਾਰਟਮੈਂਟ ਕਰ ਕੀ ਰਿਹਾ ਹੈ, ਹਾਂ, ਸੁਰੱਖਿਆ ਵਾਸਤੇ। ਸਾਨੂੰ ਇਹ ਵੀ ਨਹੀਂ ਪਤਾ ਸਾਡੇ ਵਨ ਸਟਾਪ ਸੈਂਟਰ ਬਣੇ ਹੋਏ ਆ, ਜਦੋਂ ਕੋਈ ਪ੍ਰੋਬਲਮ ਆਉਂਦੀ ਹੈ ਸਾਡੀ ਧੀ ਭੈਣ ਨੂੰ, ਕਿਸੇ ਨੂੰ ਵੀ ਆ, ਵਿਮਨ ਐਂਡ ਚਾਈਲਡ ਹੈਲਥ ਕੇਅਰ ਜਿਹੜੀ ਹੈ, ਬਿਲਕੁਲ ਸਾਡੇ ਬੱਚਿਆਂ ਲਈ ਕਿਹੜਾ ਐਕਟ ਬਣਿਆ ਹੋਇਆ, ਸਾਡੇ ਬਜ਼ੁਰਗਾਂ ਲਈ ਸੀਨੀਅਰ ਸਿਟੀਜ਼ਨ ਕਿਹੜੇ ਐਕਟ ਬਣੇ ਹੋਏ ਆ, ਸਾਡੇ ਮੈਂਟਲ ਹੈਲਥ, ਕੋਈ ਵੀ ਡਿਪਰੈਸ਼ਨ ਚਲੇ ਜਾਂਦਾ, ਕਿਹੜੇ ਐਕਟ ਬਣੇ ਹੋਏ ਆ। ਮਤਲਬ ਇੰਨਾ ਕੁਝ ਬਣਾ ਦਿੱਤਾ ਗਿਆ, ਪਰ ਸਾਨੂੰ, ਅਸੀਂ ਜੇਕਰ ਅਸੀਂ ਨਹੀਂ ਵੀ ਕੁਝ ਸਾਨੂੰ ਪਤਾ ਹੈਗਾ, ਸਾਨੂੰ ਇਹ ਤਾਂ ਅਸੀਂ ਕਹਿ ਸਕਦੇ ਹਾਂ ਸੰਬੰਧਤ ਜਿਹੜਾ ਜ਼ਿੰਮੇਵਾਰ ਉਸ ਵੇਲੇ, ਭਾਵੇਂ ਉਹ ਤਹਿਸੀਲ ਦੇ ਤੇ ਭਾਵੇਂ ਉਹ ਜ਼ਿਲ੍ਹੇ ਦੇ ਹੈਗੇ ਆ ਤੇ ਭਾਵੇਂ ਉਹ ਸਟੇਟ ਦੇ ਆ, ਅਸੀਂ ਇਹ ਤਾਂ ਕਹਿ ਸਕਦੇ ਹਾਂ ਵੀ ਸੰਵਿਧਾਨ ਦੇ ਤੌਰ ਤੇ ਤੁਰੰਤ ਇਹਨਾਂ ਦੀ ਐਜ਼ ਪਰ ਲਾ ਤੁਰੰਤ ਹੈਲਪ ਕੀਤੀ ਜਾਵੇ ਵੀ ਨਹੀਂ ਫਿਰ ਰਿਫਿਊਜ਼ ਕਰ ਦਿਓ, ਤਾਂ ਰਿਫਿਊਜ਼ ਕਰ ਦਿਓ, ਅਸੀਂ ਜਵਾਬ ਲੈਂਦੇ ਹੋਈਏ, ਹਾਂ, ਤਾਂ ਕਿ ਅਸੀਂ ਫਿਰ ਉਹਨਾਂ ਕੋਲ ਜਾਈਏ ਜਿਨ੍ਹਾਂ ਨੂੰ ਅਸੀਂ ਚੁਣਿਆ ਵੀ ਜੇਕਰ ਇਹਦੇ ਵਿੱਚ ਪ੍ਰੋਵੀਜ਼ਨ ਨਹੀਂ ਹੈਗੀ ਸੰਵਿਧਾਨ ਦੇ ਵਿੱਚ, ਬਣਾਉਣੀ ਕਿਹਨੇ ਆ ਫਿਰ? ਸੰਵਿਧਾਨ ਨੂੰ ਅਮੈਂਡ ਕਿਹਨੇ ਕਰਨਾ? ਬਿਲਕੁਲ, ਜੋ ਉਹਨਾਂ ਨੇ ਚੁਣਨਾ, ਉਹਨਾਂ ਨੇ ਬਣਨਾ। ਹਰ ਕੀਮਤ ਦੇ ਉੱਤੇ ਜਿੰਨੇ ਵੀ ਸਾਡੇ ਸੀਨੀਅਰ ਅਧਿਕਾਰੀ ਹੈਗੇ ਆ, ਜਿਨ੍ਹਾਂ ਨੂੰ ਚਾਰਜ ਸੰਭਾਲਤਾ ਤਹਿਸੀਲਾਂ ਦਾ, ਜਿਨ੍ਹਾਂ ਨੂੰ ਚਾਰਜ ਸੰਭਾਲਿਆ ਜ਼ਿਲ੍ਹਿਆਂ ਦਾ, ਸਟੇਟਾਂ ਦਾ, ਉਹਨਾਂ ਨੇ ਨਾਗਰਿਕ ਨੂੰ ਹਰ ਕੀਮਤ ਤੇ ਬਚਾਉਣਾ, ਉਹਨਾਂ ਦੀ ਸੰਵਿਧਾਨਿਕ ਡਿਊਟੀ ਹੈ। ਸੰਵਿਧਾਨ ਬੜਾ ਕਲੀਅਰ ਹੈ ਵੀ ਸਟੇਟ ਦੇ ਵਿੱਚ ਹੈ, ਸਟੇਟ ਦੀ ਡਿਊਟੀ ਹੈ ਕਿ ਨਾਗਰਿਕ ਨੂੰ ਐਮਰਜੈਂਸੀ ਹਾਲਾਤਾਂ ਦੇ ਵਿੱਚ ਕਿਵੇਂ ਬਚਾਉਣਾ। ਜੇਕਰ ਇਹਦਾ ਮਤਲਬ ਭਾਈ ਸਾਹਿਬ, ਮੈਂ ਤੁਹਾਨੂੰ ਟੋਕਣਾ ਨਹੀਂ ਚਾਹੁੰਦਾ ਸੀਗਾ, ਇਹਦਾ ਮਤਲਬ ਅਸੀਂ ਜਿੰਨੀ ਕੁ ਤਰੱਕੀ ਕਰ ਲਈ, ਤਰੱਕੀ ਮਤਲਬ ਅਸੀਂ 21ਵੀਂ ਸਦੀ ਦਾ ਯੁੱਗ ਕਹਿੰਦੇ ਆਪਣੇ ਆਪ ਨੂੰ, ਬਹੁਤ ਇਨਫੋਰਮੇਸ਼ਨ ਦੇ ਅਸੀਂ ਮਤਲਬ ਹੋ ਗਏ ਵੀ ਸਾਡੇ ਕੋਲ ਤਾਂ ਬਹੁਤ ਕੁਝ ਆ ਗਿਆ, ਜਿਹੜੀ ਆਪਾਂ ਮਤਲਬ ਗੁਰੂ ਮਹਾਰਾਜ ਦੀ ਕਹੀ ਹੋਈ ਗੱਲ ਕਿ ਭਾਈ ਗਿਆਨੀ ਤਾਂ ਥੋਂ ਫਿਰਦੇ ਆ, ਪਰ ਵਿਚਾਰ ਵਾਲਾ ਕੌਣ ਹੈ, ਹਨਾ, ਅਚਾਰ ਵਾਲਾ ਕੌਣ ਹੈ, ਕੋਈ ਨਹੀਂ ਹੈਗਾ। ਇਹਦਾ ਮਤਲਬ ਤਾਂ ਫਿਰ ਸਾਡੇ ਨਾਲੋਂ ਤਾਂ ਕਿਤੇ ਵੱਧ ਰੌਸ਼ਨੀ ਭਾਈ ਕਨਈਆ ਹੋਰੀ ਅੱਜ ਤੋਂ 350 ਸਾਲ ਪਹਿਲਾਂ ਮਤਲਬ ਆਪਣੇ ਨਾਲ ਗੁਰੂ ਦੇ ਆਸ਼ੇ ਦੇ ਬਰਾਬਰ ਚੱਕੀ ਫਿਰਦੇ ਸੀਗੇ। 1-2 ਮਿੰਟ ਅਖੀਰਲੇ ਦੇਖੋ, ਉਸ ਵੇਲੇ ਦੀ ਗੱਲ ਜਿਹੜਾ ਅੱਜ ਮੈਨੂੰ ਬਾਰ-ਬਾਰ ਲੋਕ ਕਹਿੰਦੇ ਆ ਨਹੀਂ ਇੱਥੇ ਤੇ ਮਤਲਬ ਇਹ ਤਾਂ ਮਤਲਬ ਜਿਹੜੀ ਅੱਜ ਮੜੀ ਜੀ ਗੱਲ ਤੇ ਅਸੀਂ ਗਰਮ ਹੋ ਜਾਂਦੇ, ਕ੍ਰੋਧ ਆ ਜਾਂਦਾ, ਇਹ ਹੋ ਜਾਂਦਾ। ਮੈਂ ਉਹਨਾਂ ਨੂੰ ਬਾਰ-ਬਾਰ ਐਗਜ਼ਾਮਪਲ ਦਿੰਦਾ ਹੈ ਵੀ ਅਸੀਂ ਸੰਘਰਸ਼, ਜੇਕਰ ਸੰਘਰਸ਼ ਕਰਨਾ, ਉਸ ਸੰਘਰਸ਼ ਦਾ ਨਾਮ ਹੀ ਲਾਈਫ ਜਿਹੜੀ ਹੈਗੀ ਉਹਨੂੰ ਸੰਘਰਸ਼ ਤੋਂ ਬਿਨਾਂ ਤਾਂ ਲਾਈਫ ਦਾ ਕੋਈ ਮੀਨਿੰਗ ਹੀ ਨਹੀਂ ਬਣਦਾ। ਉਹ ਆਪਣੇ ਆਪ ਦੇ ਵਿੱਚ ਹੀ ਪੂਰੀ ਉਹ, ਹਾਂ, ਮੁਰਦਾ ਤਾਂ ਸੰਘਰਸ਼ ਕਰਦਾ ਹੀ ਨਹੀਂ ਹੈਗਾ ਨਾ। ਤੇ ਇਸ ਕਰਕੇ ਮਤਲਬ ਜਿਹੜੀਆਂ ਸਮੱਸਿਆਵਾਂ ਆਉਂਦੀਆਂ ਹੈਗੀਆਂ, ਇਹ ਸਮੱਸਿਆਵਾਂ ਸਾਨੂੰ ਸਮਝਾਉਣ ਦੇ ਲਈ ਆਉਂਦੀਆਂ, ਉਹਨਾਂ ਦੇ ਹੱਲ ਦੇ ਲਈ ਸੰਘਰਸ਼ ਕਰਨਾ ਹੀ ਇੱਕ ਜੀਵਨ ਤੇ ਸਾਨੂੰ ਸਟਰੋਂਗ ਬਣਾਉਂਦਾ ਹੈ। ਜਿਸ ਜਦ ਤੁਹਾਡੇ ਅੰਦਰਲੇ ਇਨਸਾਨ ਦੀ ਆਵਾਜ਼ ਆ ਰਹੀ ਹੈ ਕਿ ਨਹੀਂ ਵੀ ਇਹ ਲਾਈਕ ਮੇਰੇ ਸਾਹਮਣੇ ਇਹ ਹਾਲਾਤ ਹੈ ਇਨਸਾਨ ਦੇ, ਤੇ ਉਸ ਵੇਲੇ ਅੰਦਰਲਾ ਜਿਹੜਾ ਇਨਸਾਨ ਜੋ ਬੋਲਦਾ ਹੈ ਉਸ ਨੂੰ ਬੜੀ ਨਿਡਰਤਾ ਤੇ ਨਿਰਵੈਰਤਾ ਦੇ ਨਾਲ, ਤੇ ਸਾਨੂੰ ਉਸ ਵੇਲੇ ਆਪਣੇ ਵਾਰਸਾਂ ਨੂੰ, ਦੇਸ਼ ਦੇ ਵਾਰਸਾਂ ਨੂੰ ਸਵਾਲ ਕਰਨਾ ਚਾਹੀਦਾ ਹੈ। ਭਾਈ ਕਨਈਆ ਜੀ ਬੜੀ ਨਿਡਰਤਾ ਤੇ ਨਿਰਵੈਰਤਾ ਦੇ ਨਾਲ ਉਸ ਵੇਲੇ ਦੁਸ਼ਮਣ ਜਿਹੜੇ ਨੂੰ ਅਸੀਂ ਕਹਿ ਦਿੰਦੇ ਆ ਨਾ, ਜਿਹੜੇ ਮਾਰਨ ਵਾਸਤੇ ਆ ਰਹੇ ਸੀ, ਉਹਨਾਂ ਦੇ ਕਹਿੰਦੇ ਵੀ ਬੁਰਾਈਆਂ ਨੂੰ ਤਾਂ ਨਹੀਂ ਉਹਨਾਂ ਨੇ ਵਧਣ ਦਿੱਤਾ, ਅੱਗੇ ਬੁਰਾਈਆਂ ਨੂੰ ਰੋਕਣ ਦੇ ਲਈ ਤਾਂ ਪੂਰਾ ਸੰਘਰਸ਼ ਕੀਤਾ, ਪਰ ਬੰਦੇ ਦੀ ਉਹਨਾਂ ਨੇ ਭਾਵੇਂ ਸੱਟ ਵੀ ਵੱਜੀ ਹੈ ਨਾ, ਉਹਨੂੰ ਰੋਕਦਿਆਂ ਹੋਇਆ ਉਹਨਾਂ ਦੇ ਵੀ ਮੱਲਮ ਪੱਟੀ ਕਿੰਨੇ ਵਿਸ਼ਾਲ ਹਿਰਦੇ ਨਾਲ ਗੁਰੂ ਗੋਬਿੰਦ ਸਿੰਘ ਨੇ ਕਰਾਈ ਹੈ, ਗਲਵਕੜੀ ਚ ਲਿਆ ਹੈ। ਇਸ ਕਰਕੇ ਗੁਰੂਆਂ ਨੇ, ਗੁਰੂ ਨਾਨਕ ਦੇਵ ਜੀ ਕਿੱਦਾਂ ਕੋੜੀਆਂ ਨੂੰ ਗਲ ਨਾਲ ਲਾਉਂਦੇ ਆ, ਗੁਰੂ ਰਾਮਦਾਸ ਜੀ ਦਾ ਕੋੜ ਰੱਖ ਕੇ ਇਲਾਜ ਕਰਾਉਂਦੇ ਆ, ਗੁਰੂ ਅਰਜਨ ਦੇਵ ਜੀ ਨੇ ਸਮੇਂ ਦੀਆਂ ਲੋੜਾਂ ਮੁਤਾਬਕ ਵੱਡੇ ਕੋੜੀਆਂ ਲਈ ਉਸ ਵੇਲੇ ਘਰ ਬਣਾਏ, ਜਿਹੜੇ ਲੈਪਰੋਸੀ ਤੋਂ ਪੀੜ ਸੀ, ਵੱਡੇ ਦਵਾਖਾਨੇ ਗੁਰੂ ਹਰਰਾਏ ਪਾਸ਼ਾ ਨੇ ਖੋਲੇ। ਕਿੱਥੇ ਗਏ ਸਾਡੇ ਦਵਾਖਾਨੇ? ਤੇ ਗੁਰੂ ਸਾਹਿਬ ਨੇ ਚੇਚਕ ਦੀ ਪ੍ਰੋਬਲਮ ਆਈ ਹੈ, ਚੇਚਕ ਦੇ ਰੋਗੀਆਂ ਦੇ ਲਈ ਮੈਂ ਕਹਿੰਦਾ ਸਰਵੰਸ ਹੀ ਲਗਾ ਦਿੱਤੇ ਆ, ਪਰ ਅੱਜ ਸਾਨੂੰ ਚੇਤੇ ਵੀ ਨਹੀਂ ਆਇਆ, ਰੁਲਦੀਆਂ ਜਾਨਾਂ ਨੂੰ ਦੇਖ ਕੇ ਰਤਾ ਤਰਸ ਨਹੀਂ ਆਇਆ। ਤੇ ਤਾਂ ਹੀ ਬਾਰ-ਬਾਰ ਕਹਿੰਦੇ ਆ ਵੀ ਕੈਸਾ
मतलब एक ऐसा लोकतंत्र ते राजनीति कैसी है, कैसी समाज सेवा ते ਇਨਸਾਨੀਅਤ कैसी है ਵੀ ਦਇਆ ਤੇ ਦਇਆ ਦੇ ਵਿੱਚੋਂ ਤਾਂ ਦੇਖੋ ਵੀ ਕਹ ਲੋ ਵੀ ਧਰਮ ਜਨਮ ਲੈਂਦਾ। ਹੁਣ ਜੇ ਆਪਾਂ ਧਰਮ ਦੀ ਵੀ ਗੱਲ ਕਰੀਏ, ਉਹ ਦਇਆ ਧਰਮ ਜਿਹੜਾ ਹੈ ਨਾ, ਧਰਮ ਦਇਆ ਦਾ ਪੂਤ ਹੈ। ਹਾਂਜੀ ਬਿਲਕੁਲ। ਤੇ ਕਹਿੰਦੇ ਵੀ ਦਇਆ ਦੇ ਵਿੱਚੋਂ ਧਰਮ ਜਨਮ ਲੈਂਦਾ ਹੈ, ਪਰ ਅੱਜ ਦਇਆ ਦਾ ਕਾਲ ਵੱਧਦਾ ਜਾ ਰਿਹਾ। ਸੰਵਿਧਾਨ ਦੇ ਆਧਾਰ ਤੇ ਲੋਕਤੰਤਰ ਦੇ ਵਿੱਚ ਲੋਕਾਂ ਨੂੰ ਸੰਭਾਲਣਾ ਸੀ, ਵੀ ਅੱਜ ਫਿਰ ਲੋਕਤੰਤਰ ਦੇਸ਼ ਦੇ ਵਿੱਚ ਲੋੜਵੰਦ ਇਨਸਾਨ ਰੋਲ ਕੇ ਮਰਦਾ ਜਾ ਰਿਹਾ ਹੈਗਾ। ਇਹ ਸਵਾਲ ਦਾ ਜਵਾਬ ਅੱਜ ਨਾਗਰਿਕ ਮੰਗ ਰਿਹਾ ਹੈ ਵੀ ਇਹ ਲੋਕਤੰਤਰ ਕੈਸਾ ਲੋਕਤੰਤਰ ਹੈ ਤੇ ਕੈਸੀ ਨੀਤੀ ਹੈ। ਭਾਈ ਸਾਹਿਬ ਮੈਂ ਮਾਫੀ ਚਾਹਾਂਗਾ, ਪਰ ਮੈਂ ਪਹਿਲਾਂ ਹੀ ਤੁਹਾਡੇ ਨਾਲ ਮੈਂ ਸਾਂਝ ਪਾ ਲੈਣਾ ਕਿ ਅਗਲੇਰੇ ਪ੍ਰੋਗਰਾਮ ਦੇ ਵਿੱਚ ਜਦੋਂ ਆਪਾਂ ਜੋੜਾਂਗੇ ਤਾਂ ਗੱਲ ਇਸੇ ਵਿਸ਼ੇ ਨੂੰ ਲੈ ਕੇ ਚੱਲਾਂਗੇ। ਅਸੀਂ ਧਰਮ ਅਤੇ ਜਾਗਰੂਕਤਾ, ਜਾਣਕਾਰੀ, ਅਵੇਅਰਨੈਸ ਦੀ ਗੱਲ ਭਾਈ ਸਾਹਿਬ ਨੇ ਕੀਤੀ ਔਰ ਧਰਮ ਦੀ ਗੱਲ ਕੀਤੀ ਆ। ਇਹ ਸਾਰੇ ਜਿਹੜੇ ਵਿਕਾਰ ਸਾਡੇ ਵਿੱਚ ਆਏ ਆ, ਇਹਨਾਂ ਵਿਕਾਰਾਂ ਦਾ ਵਿਨਾਸ਼ ਅਸੀਂ ਕਰਨਾ ਕਿਵੇਂ ਆ, ਉਹਦੇ ਵਾਸਤੇ ਸਾਨੂੰ ਅਵੇਅਰਨੈਸ, ਜਾਗਰੂਕਤਾ ਦੀ ਲੋੜ ਪੈਣੀ ਹੈ। 2 ਕਿਸਮ ਦੀ ਜਾਂ 3 ਕਿਸਮ ਦੀ ਜਾਗਰੂਕਤਾ। ਆਪਣੇ ਪੱਧਰ ਦੇ ਉੱਤੇ ਚੇਤਨ ਹੋਣਾ ਪਏਗਾ, ਜਾਗਰੂਕ ਹੋਣਾ ਪਏਗਾ, ਸੁਸਾਇਟੀ ਦੇ ਪੱਧਰ ਦੇ ਉੱਤੇ, ਔਰ ਸਮਾਜ ਸੇਵਾ ਔਰ ਸੰਵਿਧਾਨ ਦੇ ਪੱਧਰ ਦੇ ਉੱਤੇ ਵੀ ਜਾਗਰੂਕਤਾ ਲਿਆਉਣੀ ਪੈਣੀ ਹੈ। ਧਰਮ ਸਾਡੀ ਜੀਵਨ ਜਾਂਚ ਦਾ ਹਿੱਸਾ ਕਿਵੇਂ ਬਣੇ ਔਰ ਉਹਨੂੰ ਕਿਵੇਂ ਅੱਗੇ ਵਧਾਵਾਂਗੇ, ਗੁਰੂਆਂ ਦੇ ਫਲਸਫੇ ਤੋਂ ਲੈ ਕੇ ਅੱਜ ਤੱਕ ਅਸੀਂ ਕਿੱਥੇ ਖੜ ਗਏ ਆ ਕੇ, ਇਸ ਵਿਸ਼ੇ ਨੂੰ ਆਪਾਂ ਅਗਲੀ ਪੈੜ ਦੇ ਵਿੱਚ ਛੋਹਣ ਦਾ ਯਤਨ ਕਰਾਂਗੇ। ਫਿਲਹਾਲ ਵਕਤ ਤੁਹਾਡੇ ਤੋਂ ਇਜਾਜ਼ਤ ਲੈਣ ਦਾ ਹੋਇਆ। ਭਾਈ ਸਾਹਿਬ ਬਹੁਤ ਧੰਨਵਾਦ, ਤੁਸੀਂ ਸਾਂਝ ਪਾਈ ਔਰ ਮੈਂ ਅਸੀਂ ਚਾਹਾਂਗੇ, ਉਮੀਦ ਕਰਾਂਗੇ ਕਿ ਬਿਲਕੁਲ ਬਹੁਤ ਵਧੀਆ। ਮੈਨੂੰ ਅੱਛਾ ਲੱਗਿਆ ਵੀ ਕਿਸ ਤਰੀਕੇ ਨਾਲ ਜਿਵੇਂ ਪਰਿਵਾਰ ਦੇ ਕੰਮ ਜ਼ਰੂਰੀ ਹੈ, ਸਮਾਜ ਦੇ ਕੰਮ ਵੀ ਉਨੇ ਹੀ ਕਿਵੇਂ ਜ਼ਰੂਰੀ ਹੈ, ਇਸ ਦੇ ਉੱਤੇ ਬਾਕੀ ਵਿਚਾਰ ਕਰਨੀ ਬਣਦੀ ਹੈ। ਬਿਲਕੁਲ ਜ਼ਰੂਰ ਕਰਨੀ ਬਣਦੀ ਹੈ। ਬਹੁਤ ਧੰਨਵਾਦ ਭਾਈ ਸਾਹਿਬ, ਬਹੁਤ ਬਹੁਤ ਮਿਹਰਬਾਨੀ ਜੀ। ਸਤਿ ਸ੍ਰੀ ਅਕਾਲ। ਔਰ ਮੇਰੀ ਅਖੀਰਲੀ ਬੇਨਤੀ ਤੁਹਾਡੇ ਲਈ ਕਿ ਜ਼ਰੂਰ ਤੁਸੀਂ ਪ੍ਰਭ ਆਸਰਾ ਦੀ ਵੈਬਸਾਈਟ ਤੇ ਔਰ ਫੇਸਬੁੱਕ ਪੇਜ ਦੇ ਉੱਤੇ ਜਾਇਓ ਔਰ ਤੁਹਾਨੂੰ ਫੋਨ ਨੰਬਰ ਉੱਥੇ ਦਿਸੇ ਹੋਏ ਦਿਸ ਜਾਣਗੇ। ਕਾਲ ਕਰਿਓ ਔਰ ਕੰਮਾਂ ਨੂੰ ਜਾਂਚੋ, ਪਰਖੋ ਤੇ ਫਿਰ ਆ ਕੇ ਜਿਹੜਾ ਅਸੀਂ ਚਰਚਾ ਕਰ ਰਹੇ ਹਾਂ ਉਸ ਚਰਚਾ ਦੇ ਉੱਤੇ ਤੁਸੀਂ ਆਪਣਾ ਵਿਚਾਰ, ਆਪਣਾ ਕਮੈਂਟ ਜ਼ਰੂਰ ਦਿਓ। ਬਹੁਤ ਧੰਨਵਾਦ। ਸਤਿ ਸ੍ਰੀ ਅਕਾਲ।